ਸੋਹੀਐ ਸਭਨਾਂ ਦਾ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠਾ ਆਦਿ ਪੁਰਖ ਆਦੇਸ। ਓਨਮ ਸ੍ਰੀ ਸਤਿਗੁਰ ਚਰਨ। ਘਟ ਘਟ ਕਾ ਪ੍ਰਵੇਸ਼ ਏਕ ਅਨੇਕ ਵਿਵੇਕ ਸਸ। ਆਦਿ ਪੁਰਖ ਆਦੇਸ ਓਨਮ ਸ੍ਰੀ ਸਤਿਗੁਰ ਚਰਨ। ਘਟ ਘਟ ਕਾ ਪ੍ਰਵੇਸ਼ ਏਕ ਅਨੇਕ ਵਿਵੇਕ ਸਸ। ਦੋਹਰਾ ਓਨਮ ਸ੍ਰੀ ਸਤਿਗੁਰ ਚਰਨ ਆਦਿ ਪੁਰਖ ਆਦੇਸ ਏਕ ਅਨੇਕ ਵਿਵੇਕ ਸਸ। ਘਟ ਘਟ ਕਾ ਪ੍ਰਵੇਸ਼ ਛੰਦ। ਘਟ ਘਟ ਕਾ ਪ੍ਰਵੇਸ਼ ਸ਼ੇਸ਼ ਪੈ ਕਹਿਤ ਨ ਆਵੈ। ਨੇਤ ਨੇਤ ਕਹਿ ਨੇਤ ਬੇਦ ਬੰਦੀ ਜਨ ਗਾਵੈ। ਆਦ ਮਦ ਅਰ ਅੰਤ ਹੁਤੇ ਹੁਤ ਹੈ ਪੁਨ ਹੋਨਮ। ਆਦਿ ਪੁਰਖ ਆਦੇਸ ਚਰਨ ਸ੍ਰੀ ਸਤਿਗੁਰ ਓਨਮ। ਅਭਿਗਤ ਅਲਖ ਅਭੇਖ ਅਗੰਮ ਅਪਾਰ ਅਨੰਤ ਗੁਰ। ਸਤਿਗੁਰ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ। ਅਗੰਮ ਅਪਾਰ ਅਨੰਤ ਗੁਰ ਅਵਿਗਤ ਅਲਖ ਅਭੇਵ। ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ। ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸਰਬ ਕਲਾ ਸਮਰੱਥ ਲੋਕ ਪਰਲੋਕ ਦੀਆਂ ਨਿਆਮਤਾਂ ਦੇ ਦਾਤੇ 10 ਪਾਤਸ਼ਾਹੀਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਹੀ ਆਪ ਜੀ ਸਮੂਹ ਗੁਰਮੁਖ ਪਿਆਰੇ ਨਾਮ ਸਿਮਰਨ ਅਭਿਆਸ ਕਮਾਈ ਸਮਾਗਮ ਵਿੱਚ ਸ਼ਾਮਲ ਹੋ ਕੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਹੁਣੇ ਆਪ ਜੀ ਨੇ ਸ੍ਰੀ ਸੁਖਮਣੀ ਸਾਹਿਬ ਬਾਣੀ ਦਾ ਪਾਠ ਸੰਗਤੀ ਰੂਪ ਵਿੱਚ ਕੀਤਾ ਹੈ। ਅਗਲਾ ਸਮਾਂ ਸਮਾਪਤੀ ਤੱਕ ਗੁਰਮਤਿ ਵਿਚਾਰ ਦਾ ਹੈ, ਜਿਸ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਵਿੱਤ ਔਰ ਸਵਈਏ ਜੋ ਉਹਨਾਂ ਨੇ ਉਚਾਰੇ ਹਨ, ਆਰੰਭ ਤੋਂ ਲੈ ਕੇ ਆਪਾਂ ਕੁਝ ਕਵਿੱਤ ਹਰ ਰੋਜ਼ ਦੁਪਹਿਰ ਦੇ ਦੀਵਾਨ ਵਿੱਚ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਪਹਿਲੇ ਹੀ ਸਵਈਏ ਵਿੱਚ ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਨੇ ਆਪ ਸਿੱਖੀ ਦੀ ਕਮਾਈ ਕੀਤੀ, ਸਿਮਰਨ ਕੀਤਾ, ਅਭਿਆਸ ਕੀਤਾ ਔਰ ਉਹਨਾਂ ਅਵਸਥਾਵਾਂ ਨੂੰ ਮਾਣਿਆ ਹੈ ਜੋ ਇੱਕ ਨਾਮ ਜਪਣ ਵਾਲਾ ਪੁਰਸ਼ ਗੁਰ ਸ਼ਬਦ ਦੀ ਕਮਾਈ ਕਰਕੇ ਆਪਣੇ ਜੀਵਨ ਵਿੱਚ ਸ਼ਬਦ ਦੀ ਕਲਾ ਨੂੰ ਪ੍ਰਤੱਖ ਵੇਖਦਾ ਹੈ। ਪਰ ਉਹ ਬਹੁਤ ਥੋੜ੍ਹੇ ਲੋਕ ਹੁੰਦੇ ਹਨ ਜੋ ਉਹਨੂੰ ਅੱਖਰਾਂ ਦੇ ਰਾਹੀਂ ਬਾਹਰ ਪ੍ਰਗਟ ਵੀ ਕਰ ਸਕਦੇ ਹਨ। ਇਸ ਪਹਿਲੇ ਹੀ ਸੋਰਠੇ ਵਿੱਚ
ਭਾਈ ਸਾਹਿਬ ਨੇ ਸਾਡੇ ਵਾਸਤੇ ਰਸਤਾ ਸਰਲ ਕੀਤਾ ਹੈ ਕਿ ਸਿੱਖੀ ਦੇ ਮਾਰਗ 'ਤੇ ਤੁਰਨ ਵਾਲੇ ਲੋਕ ਉਹਨਾਂ ਨੂੰ ਬੰਦਗੀ ਕਰਨ ਦੀ ਜਾਂਚ ਤਰੀਕਾ ਲੱਭ ਜਾਏ, ਉਹ ਠੀਕ ਢੰਗ ਨਾਲ ਬੰਦਗੀ ਕਰ ਸਕਣ। ਕਿਉਂਕਿ ਕਾਰਜ ਉਹੀ ਮੰਜ਼ਿਲ 'ਤੇ ਪਹੁੰਚਦਾ ਹੈ ਜਿਹਦੀ ਮੰਜ਼ਿਲ ਦਾ ਮਨੁੱਖ ਨੂੰ ਪਤਾ ਹੋਵੇ। ਇਹ ਮਾਰਗ ਜਿਹੜਾ ਹੈ, ਸਤਿਗੁਰੂ ਕਹਿੰਦੇ ਹਨ, ਸਿਮਰਨ ਦਾ ਮਾਰਗ ਜੋ ਹੈ ਇਹ ਇਸ ਤਰ੍ਹਾਂ ਦਾ ਹੈ ਜਿਵੇਂ ਆਕਾਸ਼ ਵਿੱਚ ਪੰਛੀ ਉੱਡਦੇ ਨੇ। ਇੱਕ ਪੰਛੀ ਅੱਗੇ ਉੱਡ ਕੇ ਚਲਾ ਗਿਆ, ਉਹਦੇ ਪੈਰਾਂ ਦੇ ਕੋਈ ਨਿਸ਼ਾਨ ਨਹੀਂ ਲੱਗਦੇ ਕਿ ਇੱਥੋਂ ਤੁਰ ਕੇ ਗਿਆ ਹੈ। ਬਹੁਤ ਔਖਾ ਹੈ। ਇਹ ਇਸ ਤਰ੍ਹਾਂ ਦਾ ਰਸਤਾ ਹੈ, ਪਰ ਸਤਿਗੁਰਾਂ ਨੇ, ਭਾਈ ਗੁਰਦਾਸ ਜੀ ਨੇ ਜਿਸ ਨੂੰ ਲਿਖਿਆ ਹੈ, ਗੁਰਮੁਖ ਗਾਡੀ ਰਾਹੋ ਚਲੰਦਾ। ਗਾਡੀ ਰਾਹ ਦਾ ਮਤਲਬ ਹੈ ਵੀ ਇੱਕ ਰਾਹ ਤੋਂ ਇੱਕ ਗੱਡੀ ਲੰਘੇ ਤੇ ਉਹਦੇ ਟਾਇਰ ਲੱਗ ਜਾਂਦੇ ਪੈਰ, ਉੱਥੋਂ ਪਤਾ ਲੱਗ ਜਾਂਦਾ ਵੀ ਇਹ ਰਸਤਾ ਹੈ। ਫਿਰ ਦੂਸਰਾ ਉਹਦੇ ਨਾਲ ਤੁਰ ਕੇ ਉਸ ਸਫ਼ਰ ਨੂੰ ਸੌਖਾ ਕਰ ਲੈਂਦਾ ਹੈ। ਇਸ ਤਰ੍ਹਾਂ ਸਾਧ ਸੰਗਤ ਸਤਿਗੁਰੂ ਜੀ ਨੇ ਬਣਾਈ ਹੈ ਕਿ ਇਕੱਲਾ ਇਸ ਮਾਰਗ 'ਤੇ ਤੁਰੇ ਤਾਂ ਕਾਮਯਾਬ ਨਹੀਂ ਹੋ ਸਕਦਾ। ਪੁਰਾਣੇ ਸਮੇਂ ਵਿੱਚ ਵਪਾਰ ਕਰਨ ਵਾਲੇ ਲੋਕ ਗੱਡਿਆਂ 'ਤੇ ਵਪਾਰ ਕਰਦੇ ਸੀ ਤੇ 20-20, 40-40, 100-100 ਗੱਡੇ ਬਲਦ ਜੋ ਕੇ ਤੁਰਦੇ ਸੀ। ਰਸਤੇ ਵਿੱਚ ਜੇ ਕਿਸੇ ਗੱਡੇ ਦੇ ਬਲਦ ਥੱਕ ਜਾਂਦੇ ਸਨ ਤਾਂ ਉਹ ਜਿਹੜਾ ਤਕੜੇ ਬਲਦਾਂ ਵਾਲਾ ਸੀ ਉਸ ਗੱਡੇ ਨੂੰ ਆਪਣੇ ਨਾਲ ਬੰਨ੍ਹ ਲੈਂਦਾ ਸੀ ਤਾਂ ਕਿ ਉਹਨੂੰ ਵੀ ਮੰਜ਼ਿਲ 'ਤੇ ਪਹੁੰਚਾਇਆ ਜਾ ਸਕੇ। ਇਸ ਤਰ੍ਹਾਂ ਸਤਿਗੁਰੂ ਜੀ ਨੇ ਗਾਡੀ ਰਾਹ ਸੰਗਤ ਦਾ ਚਲਾਇਆ। ਜਿੱਥੇ ਆਪਾਂ ਬੈਠੇ ਹਾਂ ਇਹ ਗਾਡੀ ਰਾਹ ਹੈ। ਇੱਥੇ ਇੱਕ ਕਮਜ਼ੋਰ ਮਨ ਵਾਲਾ ਬੈਠਾ ਹੈ ਜਿਹਦਾ ਮਨ ਨਹੀਂ ਟਿਕਦਾ, ਮਨ ਇਕਾਗਰ ਨਹੀਂ ਹੁੰਦਾ, ਜਾਂ ਜਿਹਨੂੰ ਸਿਮਰਨ ਦਾ ਪਤਾ ਹੀ ਨਹੀਂ ਹੈ, ਜੋ ਜਾਣਦਾ ਨਹੀਂ ਉਹ ਵੀ ਵਿੱਚ ਆ ਜਾਂਦਾ। ਇੱਕ ਉਹ ਹੈ ਜਿਹਨੇ ਕਮਾਈ ਕਰਕੇ ਅੱਧ ਤੱਕ ਚਲਾ ਗਿਆ। ਇੱਕ ਉਹ ਹੈ ਜਿਹੜਾ ਸਿਰੇ 'ਤੇ ਪਹੁੰਚ ਗਿਆ। ਸਾਰੀ ਤਰ੍ਹਾਂ ਦੇ ਇਹਦੇ ਵਿੱਚ ਨੇ। ਤਾਂ ਜਦੋਂ ਜਿਹੜਾ ਪਹਿਲੀ ਕਲਾਸ ਵਾਲਾ ਉਹਨਾਂ ਦੇ ਵਿੱਚ ਬੈਠਦਾ ਹੈ ਤੇ ਦੂਸਰਿਆਂ ਦੀ ਜਿਹੜੀ ਅੰਦਰਲੀ ਅਵਸਥਾ ਹੈ ਉਹਨਾਂ ਨੂੰ ਵੀ ਖਿੱਚਦੀ ਹੈ, ਜਿਹੜੇ ਪਿੱਛੇ ਰੁਕੇ ਹੋਏ ਨੇ ਉਹਨਾਂ 'ਤੇ ਵੀ ਪ੍ਰਭਾਵ ਪੈਂਦਾ। ਇਹ ਸਾਧ ਸੰਗਤ ਦਾ ਫਲ ਹੈ। ਕਈ ਵਾਰੀ ਇੱਥੇ ਅਣਜਾਣ ਮਨੁੱਖ ਵੀ ਉਸ ਅਵਸਥਾ ਤੱਕ ਪਹੁੰਚ ਜਾਂਦਾ ਜਿਹਨੇ ਕੋਈ ਕਮਾਈ ਨਹੀਂ ਕੀਤੀ। ਤਾਂ ਹੀ ਸਾਧ ਸੰਗਤ ਦੀ ਮਹਾਨਤਾ ਸਤਿਗੁਰੂ ਨੇ ਬਾਣੀ ਵਿੱਚ ਕੀਤੀ ਹੈ। ਜਿਵੇਂ ਕਿ ਸੈਦੇ ਬੇਗ ਵਰਗੇ ਉਹ ਜਿਨ੍ਹਾਂ ਨੂੰ ਗੁਰੂ ਘਰ ਦਾ ਕੋਈ ਪਤਾ ਨਹੀਂ ਸੀ, ਕੇਵਲ ਬੇੜੀ ਚਲਾਉਂਦੇ ਸੀ। ਬੇੜੀ ਆਨੰਦਪੁਰ ਸਾਹਿਬ ਦੀ ਦਰਿਆ ਦੇ ਉਰਲੇ ਪਾਸੇ, ਉਹਦੀ ਬੇੜੀ ਦੇ ਵਿੱਚੋਂ ਸੰਗਤ ਪਾਰ ਹੁੰਦੀ ਸੀ, ਸਿੱਖ ਪਾਰ ਹੁੰਦੇ ਸਨ। ਤਾਂ ਉਹ ਜਦੋਂ ਬੇੜੀ ਵਿੱਚ ਬੈਠਦੇ ਸੀ ਤੇ ਸਾਰਿਆਂ ਦੀ ਰਸਨਾ ਤੇ ਜਾਪ ਹੁੰਦਾ ਸੀ, ਬਾਣੀ ਪੜ੍ਹਦੇ ਸੀ ਜਾਂ ਸਿਮਰਨ ਕਰਦੇ ਸੀ। ਜਿਸ ਕਰਕੇ ਉਹ ਭਾਵੇਂ ਸੈਦਾ ਬੇਗ ਉਹਨਾਂ ਦੀ ਭਾਸ਼ਾ ਨਹੀਂ ਸੀ ਸਮਝਦਾ ਤੇ ਅਰਥ ਵੀ ਨਹੀਂ ਸੀ ਜਾਣਦਾ ਵੀ ਬਾਣੀ ਦੇ ਅਰਥ ਕੀ ਹਨ, ਪਰ ਉਹ ਬੇੜੀ ਵਿੱਚ ਚਰਨ ਪੈਣ ਕਰਕੇ ਉਸ ਨਾਮ ਜਪਣ ਵਾਲੇ ਦੇ ਚਰਨਾਂ ਦੀ ਧੂੜ ਔਰ ਤਰੰਗਾਂ ਉਹ ਪੈਂਦੀਆਂ ਰਹੀਆਂ ਉਸ ਬੇੜੀ ਵਿੱਚ। ਕਈ ਮਹੀਨੇ ਵਾਰ-ਵਾਰ ਉੱਥੋਂ ਸਿੱਖ ਲੰਘਦੇ ਸਨ। ਉਹਨਾਂ ਦੀ ਅਵਸਥਾ ਹੁੰਦੀ ਸੀ ਉਹ ਬੇੜੀ ਵਿੱਚ ਬਹਿ ਕੇ ਪਾਰ ਲੰਘਾਉਂਦਾ ਸੀ, ਪੈਸੇ ਲੈਂਦਾ ਸੀ। ਉਹਨੂੰ ਕੋਈ ਪਤਾ ਨਹੀਂ ਇਹ ਕੀ ਕਰਦੇ ਨੇ। ਉਹਦੇ ਵਾਸਤੇ ਤੇ ਗ੍ਰਾਹਕ ਸਨ ਵੀ ਗ੍ਰਾਹਕ ਆਏ ਨੇ, ਇਹਨਾਂ ਨੂੰ ਪਾਰ ਲੰਘਾਉਣਾ ਤੇ ਸਵਾਰੀਆਂ ਨੇ ਤੇ ਪੈਸੇ ਲੈਣੇ ਨੇ। ਪਰ ਕਦੀ ਕਦੀ ਉਹਨੂੰ ਇੰਝ ਲੱਗਣਾ ਵੀ ਜਦੋਂ ਇਹ ਬੇੜੀ ਖਾਲੀ ਹੋ ਜਾਂਦੀ ਹੈ ਉਦੋਂ ਵੀ ਇਹਦੇ ਵਿੱਚ ਕੋਈ ਰਸ ਬਣਿਆ ਰਹਿੰਦਾ। ਬੇੜੀ ਵਿੱਚ ਬਹਿਣ ਨੂੰ ਚਿੱਤ ਕਰਦਾ ਆਪਣੇ ਆਪ। ਕਿਉਂ? ਉਹ ਸਿਮਰਨ ਕਰਨ ਵਾਲਿਆਂ ਦਾ ਪ੍ਰਭਾਵ ਉਸ ਲੱਕੜ ਦੀ ਜੜ ਬੇੜੀ 'ਤੇ ਪੈ ਗਿਆ, ਅਸਰ ਪੈ ਗਿਆ। ਕਦੀ ਕਦੀ ਉਹ ਸੈਦਾ ਬੇਗ ਹੈਰਾਨ ਹੁੰਦਾ ਵੀ ਸ਼ਾਮ ਨੂੰ ਜਦੋਂ ਉਹ ਬੇੜੀ ਛੱਡ ਕੇ ਘਰ ਜਾਣ ਲੱਗਦਾ ਤੇ ਉਹਦਾ ਅੰਦਰੋਂ ਮਨ ਕਹਿੰਦਾ ਨਹੀਂ ਸੈਦਿਆ, ਘਰ ਕੁਝ ਨਹੀਂ ਪਿਆ, 10 ਮਿੰਟ ਇਹਦੇ ਵਿੱਚ ਹੀ ਬਹਿ ਜਾ। ਹੁਣ ਉਹਨੂੰ ਇਹਦਾ ਪਤਾ ਨਹੀਂ। ਸੱਚਾਈ ਇਹ ਹੈ ਕਿ ਇਹ ਰਸਤਾ ਇਸ ਤਰ੍ਹਾਂ ਦਾ, ਇਹਦੇ 'ਤੇ ਜਾਣਕਾਰੀ ਚਲੋ ਕਰਨੀ ਵੀ ਪੈਂਦੀ ਹੈ, ਪਰ ਜਾਣਕਾਰੀ ਰੁਕਾਵਟ ਬੜੀ ਬਣਦੀ। ਉਹਨੂੰ ਕੋਈ ਜਾਣਕਾਰੀ ਨਹੀਂ ਸੀ।
ਸਿੱਧਾ ਸਾਦਾ ਆਦਮੀ ਬਿਲਕੁਲ, ਸ਼ਾਇਦ ਕਦੀ ਨਮਾਜ਼ ਪੜ੍ਹਨ ਗਿਆ ਸੀ ਜਾਂ ਨਹੀਂ, ਪਰ ਸਾਧ ਸੰਗਤ ਜੀ ਉਹ ਉਹਦੇ ਉੱਤੇ ਚੀਜ਼ ਵਰਤ ਗਈ ਕਿ ਮਹਿਮਾ ਸਾਧੂ ਸੰਗ ਕੀ ਸੁਣਿਓ ਮੇਰੇ ਮੀਤਾ। ਇਹ ਸਾਧ ਸੰਗਤ ਦੀ ਮਹਿਮਾ ਹੈ ਜਿੱਥੇ ਆਪਾਂ ਬੈਠੇ ਹੋਏ। ਇੱਥੇ ਨਿਰਯਤਨ ਹੀ ਕੁਝ ਹੋ ਰਿਹਾ ਹੈ, ਯਤਨ ਨਾ ਕੀਤਿਆਂ ਵੀ ਕੁਝ ਹੁੰਦਾ ਰਹਿੰਦਾ ਹੈ ਜਿਹਨੂੰ ਅਸੀਂ ਜਾਣਦੇ ਨਹੀਂ, ਅੰਦਰੋਂ ਅੰਦਰ ਹੀ ਹੁੰਦਾ ਰਹਿੰਦਾ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ। ਸਹਿਜੇ ਸਹਿਜੇ ਅੰਦਰ ਬੈਠਿਆਂ ਨਾਮ ਦੇ ਨਾਲ ਜੁੜਿਆਂ ਅੰਦਰ ਇੱਕ ਅਵਸਥਾ ਟਿਕਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਮਹਾਰਾਜ ਕਹਿੰਦੇ ਨੇ ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਵੈਸੇ ਨਿਹਾਲ ਹੋ ਜਾਂਦਾ ਹੈ ਕਰਨ ਦੇ ਨਾਲ, ਪਰ ਉਹਦੀ ਇੱਕ ਸ਼ਰਤ ਬੜੀ ਵੱਡੀ ਹੈ ਕਿ ਬਹਿਣ ਵਾਲੇ ਦਾ ਮਨ ਪੂਰਾ ਸਮਰਪਿਤ ਹੋਣਾ ਚਾਹੀਦਾ ਹੈ। ਜੇ ਉਹ ਚਲਾਕੀ ਨਾਲ ਬੈਠਾ ਫਿਰ ਨਹੀਂ ਉਹ ਵਰਤੇਗੀ ਗੱਲ। ਅਸੀਂ ਕਹਿ ਸਕਦੇ ਹਾਂ ਅਸੀਂ ਤਾਂ ਬੜੇ ਚਿਰ ਤੋਂ ਬਹਿਨੇ, ਉਹਦੇ ਮਨ ਦੇ ਵਿੱਚ ਪਾਣੀ ਵਾਲਾ ਸੁਭਾਅ ਹੋਵੇ, ਪਾਣੀ ਵਾਲਾ ਸੁਭਾਅ ਹੋਵੇ ਉਹਦੇ ਮਨ ਦਾ। ਪਾਣੀ ਦਾ ਸੁਭਾਅ ਹੈ ਕਿ ਉਹ ਆਲੇ ਦੁਆਲੇ ਦਾ ਅਸਰ ਕਬੂਲਦਾ ਹੈ। ਬਾਹਰ ਧੁੱਪ ਵਿੱਚ ਰੱਖ ਦਿਓ ਗਰਮ ਹੋਣਾ ਸ਼ੁਰੂ ਕਰ ਦੇਵੇ, ਠੰਡ ਵਿੱਚ ਰੱਖ ਦਿਓ ਫਰਿੱਜ ਵਿੱਚ ਬਰਫ਼ ਬਣਨੀ ਸ਼ੁਰੂ ਹੋ ਜਾਏਗੀ। ਪਾਣੀ ਵਾਲਾ ਸੁਭਾਅ ਜਿਸ ਮਨੁੱਖ ਦਾ ਹੈ, ਜਿਸ ਦਾ ਮਨ ਪਾਣੀ ਵਰਗੀ ਅਵਸਥਾ ਵਿੱਚ ਰਹਿੰਦਾ, ਪ੍ਰਭਾਵ ਕਬੂਲਦਾ ਹੈ, ਉਹ ਫਿਰ ਇੱਥੇ ਉਹ ਲਾਭ ਉਹਨੂੰ ਮਿਲ ਸਕਦਾ ਹੈ। ਪੱਥਰ ਦੀ ਅਵਸਥਾ ਵਾਲੇ ਨੂੰ ਇਹ ਨਹੀਂ ਮਿਲ ਸਕਦਾ, ਉਹ ਦੂਜੀ ਅਵਸਥਾ ਹੈ। ਪੱਥਰ ਤਾਂ ਭਾਈ ਗੁਰਦਾਸ ਜੀ ਕਹਿੰਦੇ ਸਾਰੀ ਉਮਰ ਭਾਵੇਂ ਰੱਖ ਦਿਓ, ਹੋਣਾ ਉਹਦੇ ਨਾਲ ਹੀ ਹੈ। ਜਦੋਂ ਵੀ ਬਖਸ਼ਿਸ਼ ਹੋਣੀ ਹੈ ਸਿੱਧੀ ਨਹੀਂ, ਤਾਂ ਪਹਿਲਾਂ ਮਨ ਦੀ ਅਵਸਥਾ ਨੂੰ ਤਬਦੀਲ ਕਰਨਾ ਹੈ, ਯਾਨੀ ਕਿ ਉਹ ਪੱਥਰ ਤੋਂ ਪਾਣੀ ਬਣਨਾ ਹੈ। ਜਿੱਦਣ ਪਾਣੀ ਬਣੇਗਾ ਤੇ ਪਾਣੀ ਨੇ ਸਾਧ ਸੰਗਤ ਦਾ ਅਸਰ ਕਬੂਲ ਕਰਨਾ ਹੈ, ਪੱਥਰ ਨੇ ਨਹੀਂ ਕਬੂਲ ਕਰਨਾ। ਇਸ ਲਈ ਕਬੀਰ ਸਾਹਿਬ ਜੀ ਇੱਥੋਂ ਸ਼ੁਰੂ ਕਰਦੇ ਨੇ, ਰੋੜਾ ਹੋਏ ਰੋ ਬਾਟਕਾ ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੈ ਅਭਿਮਾਨ, ਤਾਹੇ ਮਿਲੈ ਭਗਵਾਨ। ਇਸ ਤਰ੍ਹਾਂ ਰੋੜਾ ਬਣਿਆ, ਪਹਿਲਾਂ ਉਹਦੀ ਨਿਮਰਤਾ ਤੇ ਹੈ ਪਰ ਉਹਦਾ ਦੋਸ਼ ਉਹ ਘੁਲਦਾ ਨਹੀਂ ਵਿੱਚ। ਫਿਰ ਦੂਸਰੀ ਅਵਸਥਾ ਦੇ ਵਿੱਚ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ। ਫਿਰ ਕਹਿੰਦੇ ਖੇ ਹੋਈ ਤੋਂ ਕਿਆ ਪਾਇਆ, ਦੋਸ਼ ਨੇ ਇਹਨਾਂ ਚੀਜ਼ਾਂ ਦੇ ਵਿੱਚ। ਜੋ ਉਡ ਆਗੈ ਲਾਗੈ ਅੰਗ ਹਰ ਜਨ ਐਸਾ ਚਾਹੀਐ, ਜਿਉ ਪਾਣੀ ਸਰਬੰਗ, ਪਾਣੀ ਵਰਗਾ ਬਣਾ ਦਿੱਤਾ, ਯਾਨੀ ਕਿ ਅਸਰ ਕਬੂਲਣ ਵਾਲੀ ਅਵਸਥਾ ਆ ਗਈ। ਫਿਰ ਪਾਣੀ ਤੱਕ ਆਉਣ ਤੋਂ ਬਾਅਦ ਅਗਲੀ ਮੰਜ਼ਿਲ ਪਰਮਾਤਮਾ ਦੀ ਹੈ। ਪਾਣੀ ਹੁਆ ਤਾਂ ਕਿਆ ਪਿਆ, ਸੀਰਾ ਤਾਤਾ ਹੋਏ। ਉਹਦੇ ਵਿੱਚ ਇੱਕ ਦੋਸ਼ ਹੈ, ਬਾਕੀ ਸਾਰੇ ਗੁਣ ਨੇ ਪਾਣੀ ਵਿੱਚ, ਅਸਰ ਕਬੂਲਦਾ ਹੈ। ਉਸ ਅਵਸਥਾ ਵਿੱਚ ਜਾ ਕੇ ਮਹਾਰਾਜ ਕਹਿੰਦੇ ਸਾਕਤ ਸੰਗ ਨਾ ਕੀਜੀਐ, ਦੂਰਾ ਜਾਈਏ ਭਾਗ, ਕਿਉਂਕਿ ਅਸਰ ਉਹਨੇ ਸਾਰਿਆਂ ਦਾ ਹੀ ਕਬੂਲ ਲੈਣਾ, ਭਾਵੇਂ ਮਾੜਾ ਆਇਆ ਉਹਦਾ ਵੀ। ਉਹ ਆਦਮੀ ਅੰਦਰੋਂ ਪਾਣੀ ਬਣ ਚੁੱਕਾ ਹੈ, ਉਹਨੂੰ ਪਰਹੇਜ਼ ਦੀ ਲੋੜ ਹੈ, ਉਹਨੂੰ ਬੜੇ ਵੱਡੇ ਪਰਹੇਜ਼ ਦੀ ਲੋੜ ਹੈ ਜੇ ਉਹਨੇ ਆਪਣੇ ਆਪ ਨੂੰ ਬਚਾਇਆ ਨਾ। ਕਿਉਂਕਿ ਬੰਦਗੀ ਵੀ ਇੱਕ ਥਾਂ ਤੇ ਬੰਦੇ ਨੂੰ ਜਾ ਕੇ ਇੰਨਾ ਨਰਮ ਕਰ ਦਿੰਦੀ ਏ। ਤੁਸੀਂ ਆਮ ਹੀ ਮੈਂ ਕਹਿੰਦਾ ਸੁਣਿਆ ਵੀ ਇਹ ਬੰਦਾ ਪਾਠ ਬੜਾ ਕਰਦਾ ਪਰ ਕੰਨਾਂ ਦਾ ਬਹੁਤ ਕੱਚਾ ਹੈ। ਕਿਉਂ? ਉਹ ਬੰਦਗੀ ਨੇ ਉਹਨੂੰ ਨਰਮ ਇੰਨਾ ਕਰ ਦਿੱਤਾ ਵੀ ਅਜੇ ਉਹਦੇ ਵਿੱਚ ਰੱਬ ਵਾਲੀ ਅਵਸਥਾ ਨਹੀਂ ਆਈ। ਰੱਬ ਵਿੱਚ ਦੋਵੇਂ ਗੁਣ ਬਰਾਬਰ ਹੁੰਦੇ ਨੇ, ਦੋਵੇਂ ਅਵਸਥਾ। ਉਹ ਅਵਸਥਾ ਅਜੇ ਉਹਦੇ ਵਿੱਚ ਨਹੀਂ ਆਈ ਕਿ ਉਹ ਚੀਜ਼ ਨੂੰ ਵਿਵੇਕ ਦੇ ਨਾਲ ਪਹਿਚਾਣ ਸਕੇ ਵੀ ਕਿਹੜੀ ਚੀਜ਼ ਉਹਨੂੰ ਲਾਭ ਦੇਗੀ ਤੇ ਕਿਹੜੀ ਨੁਕਸਾਨ। ਉਹਨੇ ਸਾਰੀਆਂ ਨੂੰ ਪ੍ਰਵਾਨ ਕਰੀ ਜਾਣਾ। ਉੱਥੇ ਉਹਨੂੰ ਸੰਗਤ ਕੁਸੰਗਤ ਤੋਂ ਬਚਣ ਵਾਸਤੇ ਮਹਾਰਾਜ ਨੇ ਉਪਦੇਸ਼ ਦਿੱਤਾ। ਤਾਂ ਇਸ ਤਰ੍ਹਾਂ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਉਹਦੇ ਵਿੱਚ ਵੀ ਇੱਕ ਦੋਸ਼ ਹੈ ਵੀ ਉਹ ਕੁਸੰਗਤ ਦਾ ਵੀ ਅਸਰ ਕਬੂਲ ਸਕਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਉਹਦੇ ਵਰਗਾ ਬਣ ਗਿਆ। ਔਰ ਇਸ ਤਰ੍ਹਾਂ ਇਹ ਸਾਧ ਸੰਗਤ ਦਾ ਫਲ ਹੈ। ਇੱਕ ਵਾਰੀ ਸਾਰੇ ਪਿਆਰ ਨਾਲ ਪੜ੍ਹੀਏ। ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ, ਮਹਿਮਾ ਸਾਧੂ ਸੰਗ ਕੀ।
महिमा साधु संग की, महिमा साधु संग की, महिमा साधु सुनियो मेरे मीता, सुनियो मेरे मीता, सुनियो मेरे सुनियो मेरे मीता, सुनियो मेरे मीता, सुनियो मेरे मैल खोई कोट अग हरे, मैल खोई कोट अग हरे, मैल कोई कोट निर्मल भय चीता, निर्मल भय चीता, निर्मल भय महिमा साधु संग की, महिमा साधु संग की, महिमा साधु ਇਹ ਇੱਕ ਪੂਰਾ ਸਿੱਖੀ ਦਾ ਕਨਸੈਪਟ ਹੈ ਸਾਧੂ ਦੀ ਮਹਿਮਾ। ਕਿਉਂਕਿ ਜਿੱਥੇ ਜਿਵੇਂ ਦਾ ਮਨੁੱਖ ਰਹਿੰਦਾ ਹੈ ਬੜਾ ਲੰਮਾ ਟਾਈਮ ਉਹਦੀਆਂ ਤਰੰਗਾਂ ਉੱਥੇ ਜਿਉਂਦੀਆਂ ਰਹਿੰਦੀਆਂ। ਜਿਵੇਂ ਕਿਸੇ ਨੂੰ ਕੋਈ ਰੋਗ ਲੱਗ ਜਾਏ, ਕਿਸੇ ਨੂੰ ਟੀਵੀ ਹੈ, ਉਹਦੇ ਜਿਸ ਕਮਰੇ ਵਿੱਚ ਉਹ ਸੌਂ ਗਿਆ ਉਹਦੇ ਬਿਸਤਰੇ ਵਿੱਚ 6 ਮਹੀਨੇ ਤੱਕ ਟੀਵੀ ਦੇ ਜਿਹੜੇ ਉਹ ਕਿਰਮ ਨੇ ਜਿੰਦਾ ਰਹਿੰਦੇ ਹਨ, ਜੋ ਕੱਪੜੇ ਉਹਨੇ ਵਰਤੇ ਹਨ। ਇਸ ਤਰ੍ਹਾਂ ਹੋਰ ਕਈ ਰੋਗ ਨੇ ਐਸੇ ਜੋ ਕੱਪੜਿਆਂ ਤੋਂ ਵੀ ਲੱਗ ਜਾਂਦੇ ਨੇ, ਜੋ ਚੀਜ਼ਾਂ ਤੋਂ ਲੱਗਦੇ ਨੇ। ਇੱਕ ਦੂਜੇ ਤੋਂ ਉਹ ਛੂਤ ਛਾਤ ਦੀ ਬਿਮਾਰੀ ਹੈ, ਇੱਕ ਦੂਜੇ ਤੋਂ ਛੂਹ ਕੇ ਲੱਗਦੇ ਨੇ। ਧਰਮ ਵੀ ਇਸੇ ਤਰ੍ਹਾਂ ਦੀ ਇੱਕ ਛੂਤ ਛਾਤ ਦੀ ਬਿਮਾਰੀ ਹੈ, ਉਹ ਵੀ ਇੱਕ ਦੂਜੇ ਤੋਂ ਲੱਗਦੀ, ਸਿੱਧੀ ਪੜ੍ਹਿਆ ਨਹੀਂ ਲੱਗਦੀ। ਕੱਲਾ ਗਿਆਨ ਨਹੀਂ ਸੀ ਇਹ, ਉਹ ਸੰਗਤ ਦੇ ਰਾਹੀਂ ਲੱਗਦੀ ਹੈ। ਕੁਝ ਐਸੀ ਚੀਜ਼ ਹੈ ਜਿਹੜੀ ਬੁੱਧੀ ਦੇ ਰਾਹੀਂ ਅੰਦਰ ਨਹੀਂ ਜਾਂਦੀ, ਜੋ ਸਿਰਫ ਬੁੱਧੀ ਤੋਂ ਪਾਰ ਹੋ ਕੇ ਅੰਦਰ ਜਾਂਦੀ ਹੈ। ਉਹਨੂੰ ਕਿਹਾ ਮਹਿਮਾ ਸਾਧੂ ਸੰਗ। ਜਿਸ ਥਾਂ ਤੇ ਇੱਕ ਬ੍ਰਹਮ ਗਿਆਨੀ ਕਈ ਸਾਲ ਰਹਿ ਜਾਂਦਾ ਹੈ, ਉੱਥੇ ਕਈ ਸਦੀਆਂ ਤੱਕ ਉਹਦੀਆਂ ਤਰੰਗਾਂ ਜਿਉਂਦੀਆਂ ਰਹਿੰਦੀਆਂ ਨੇ ਉਸ ਥਾਂ ਦੇ ਉੱਤੇ। ਉਹ ਥਾਂ ਫਿਰ ਉਹ ਸਹਾਇਤਾ ਕਰ ਸਕਦਾ, ਉਹਦਾ ਪ੍ਰਭਾਵ ਪੈਂਦਾ ਉਸ ਜਿਹੜਾ ਵੀ ਮਨੁੱਖ ਉੱਥੇ ਆਏਗਾ ਉਹਦੀ ਬਲੇਟ ਵਿੱਚ ਆ ਜਾਏਗਾ। ਹਾਂ, ਇਹ ਬਿਰਤੀਆਂ ਦਾ, ਇਹ ਗਿਆਨ ਵਿੱਚੋਂ ਗਿਆਨ ਵੀ ਨਾਲ ਚਾਹੀਦਾ ਕਿ ਬਿਰਤੀ ਕਿਵੇਂ ਦੀ ਲੈ ਕੇ ਆਉਣੀ, ਇਹ ਗੱਲ ਵੱਖਰੀ ਹੈ। ਇਹ ਮੈਂ ਨਾਲੋਂ ਨਾਲ ਕਹਿੰਦਾ ਜਾਵਾਂਗਾ, ਕਿਉਂਕਿ ਸ਼ੰਕਾ ਉੱਠ ਸਕਦਾ ਵੀ ਮੈਨੂੰ ਤਾਂ ਕੁਝ ਨਹੀਂ ਹੋਇਆ। ਉਹ ਫਰਕ ਪੈ ਸਕਦਾ। ਮੈਂ ਇਸ ਤਰ੍ਹਾਂ ਦੇ ਲੋਕ ਸਾਧੂਆਂ ਕੋਲ ਵੇਖੇ ਨੇ ਜਿਹੜੇ ਪਹਿਲਾਂ ਨਾਲੋਂ ਵੀ ਖਰਾਬ ਹੋ ਕੇ ਗਏ। ਉਹਦਾ ਵੀ ਇੱਕ ਕਾਰਨ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਇੱਕ ਬੂੰਦ ਪੈਂਦੀ ਆਕਾਸ਼ ਵਿੱਚੋਂ, ਜੇ ਤਾਂ ਉਹ ਸਿੱਪ ਦੇ ਮੂੰਹ ਵਿੱਚ ਪੈ ਜਾਏ ਤੇ ਮੋਤੀ ਬਣ ਜਾਂਦੀ ਹੈ। ਸਿੱਪੀ ਜਿਹੜੀ ਸਮੁੰਦਰ ਵਿੱਚ ਹੁੰਦੀ, ਉਹਦੇ ਵਿੱਚ ਡਿੱਗ ਪਈ, ਮੋਤੀ ਬਣ ਗਈ ਉਹ ਬੂੰਦ। ਜੇ ਉਹ ਕੇਲੇ ਤੇ ਡਿੱਗ ਪਈ ਤੇ ਕਪੂਰ ਬਣ ਗਈ, ਕਪੂਰ ਵਿੱਚੋਂ ਬੜੀ ਸੁਗੰਧੀ ਆਉਂਦੀ ਹੈ। ਬੂੰਦ ਇੱਕੋ ਹੈ। ਜੇ ਗਿੱਦੜ ਦੇ ਸਿਰ ਵਿੱਚ ਪੈ ਗਈ ਉਹਨੂੰ ਹਲਕ ਪੈ ਜਾਂਦਾ। ਇੱਕੋ ਚੀਜ਼। ਉਹ ਬੂੰਦ ਕਿਸੇ ਦਾ ਮਾੜਾ ਨਹੀਂ ਕਰਦੀ, ਪਰ ਬੰਦੇ ਦੀ ਆਧਾਰਿਤ ਅਵਸਥਾ ਜਿਹੜੀ ਆਪਣੀ ਹੈ ਉਹਦਾ ਵੀ ਇੱਕ ਪੂਰੀ ਸਪੋਰਟ ਮਿਲਦੀ ਹੈ। ਇਹ ਸਾਨੂੰ ਸਮਝਣਾ ਚਾਹੀਦਾ ਹੈ। ਗਿਆਨ ਮਹਾਰਾਜ ਨੇ ਨਾਲ ਤਾਂ ਦਿੱਤਾ ਵੀ ਦੋਹੋਂ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਹੁਣ ਸਿੱਖਿਆ ਦੇਣ ਵਾਲਾ ਅਧਿਆਪਕ ਤੇ ਇੱਕੋ ਹੀ ਹੁੰਦਾ, ਨੰਬਰ ਘੱਟ ਵੱਧ ਹੁੰਦੇ ਵਿਦਿਆਰਥੀਆਂ ਨੂੰ, ਕੁਝ ਫੇਲ ਵੀ ਹੋ ਜਾਂਦੇ ਨੇ। ਪੜ੍ਹਾਉਣ ਵਾਲਾ ਇੱਕੋ ਹੀ ਹੈ, ਕਿਤਾਬਾਂ ਇੱਕੋ ਹੀ ਨੇ। ਉਹਦਾ ਕਾਰਨ ਹੈ ਕਿ ਉਹਨਾਂ ਵਿਦਿਆਰਥੀਆਂ ਦੀ ਅਵਸਥਾ ਵਿੱਚ ਭੇਦ ਹੈ, ਉਹਨਾਂ ਦੀ ਪਕੜ ਵਿੱਚ ਭੇਦ ਹੈ। ਤਾਂ ਜਿਹੜੀ ਸਟੱਡੀ ਕਰੀਦੀ ਹੈ, ਜੋ ਸੇਵਾ ਸਿਮਰਨ ਅਭਿਆਸ ਹੋ ਰਿਹਾ ਹੈ, ਉਹ ਤਾਂ ਸਿਰਫ ਅਵਸਥਾ ਨੂੰ ਬਦਲਣ ਲਈ ਹੈ। ਮਿਲਣਾ ਤੇ ਉਹਦੀ ਕਿਰਪਾ ਦੇ ਨਾਲ ਹੀ ਹੈ। ਉਹ ਤਾਂ ਆਪਣੀ ਤਿਆਰੀ, ਆਪਣਾ ਬੇਸ ਬਣਾਉਣਾ ਮਨੁੱਖ ਨੇ, ਵੀ ਜਿਹਦੇ ਉੱਤੇ ਜਿਹੜੀ ਚੀਜ਼ ਮੰਗਣਾ ਉਹਦਾ ਭਾਂਡਾ ਤੇ ਬਣੇ। ਇਸ ਤਰ੍ਹਾਂ ਗਿਆਨ ਤੇ ਸ਼ਰਧਾ ਦੋਵਾਂ ਚੀਜ਼ਾਂ ਦਾ ਜਦੋਂ ਜੋੜ ਬਣਦਾ ਹੈ,
ਤੇ ਉਦੋਂ ਇਹ ਯਾਤਰਾ ਸ਼ੁਰੂ ਹੁੰਦੀ। ਭਾਈ ਗੁਰਦਾਸ ਸਾਹਿਬ ਜੀ ਦੇ ਇਹ ਕਵਿਤ ਮੈਂ ਇਸ ਵਾਰੀ ਚੁਣੇ ਸਨ, ਕਿਉਂਕਿ ਇਹ ਜਿਹੜੇ ਕਵਿਤ ਨੇ ਇਹ ਮੈਂ ਤਾਂ ਇੱਥੇ ਚੁਣੇ। ਪਹਿਲੇ 10-12 ਕਵਿਤ ਮੈਂ ਸੋਚਿਆ ਵੀ ਇੱਥੇ ਸਾਰੇ ਨਾਮ ਜਪਣ ਵਾਲੇ ਆਉਂਦੇ ਨੇ, ਤਾਂ ਉੱਥੇ ਇਹ ਗੱਲ ਕਰਨੀ ਚੰਗੀ ਹੈ, ਕਿਉਂਕਿ ਆਮ ਸਮਾਗਮਾਂ ਦੇ ਵਿੱਚ ਕੋਈ ਕਿਸ ਸੰਬੰਧ ਵਿੱਚ ਹੁੰਦਾ, ਕੋਈ ਕਿਸ ਸੰਬੰਧ ਦੇ ਵਿੱਚ, ਉੱਥੇ ਚੀਜ਼ਾਂ ਦੀ ਪਕੜ ਬਹੁਤ ਘੱਟ ਆਉਂਦੀ। ਇਹਦੇ ਵਿੱਚ ਭਾਈ ਗੁਰਦਾਸ ਜੀ ਦੱਸ ਰਹੇ ਨੇ ਕਿ ਸਿਮਰਨ ਕਰਨ ਵਾਲੇ ਨੇ ਧਿਆਨ ਕਿਹਦਾ ਕਰਨਾ ਹੈ, ਕਿਉਂਕਿ ਇਹ ਬੜਾ ਜ਼ਰੂਰੀ ਨੁਕਤਾ ਹੈ। ਹੋ ਸਕਦਾ ਉਹ ਖਿਲਰਿਆ ਰਵੇ ਜਾਂ ਹੋਰ ਕਿਸੇ ਚੀਜ਼ ਦਾ ਧਿਆਨ ਕਰਦਾ ਰਹੇ, ਜਾਂ ਜ਼ੋਰ ਹੀ ਲਾਉਂਦਾ ਰਹੇ, ਬੜਾ ਮੱਥੇ ਦਾ ਜ਼ੋਰ ਹੀ ਲਾਈ ਜਾ ਤ੍ਰਿਕੁਟੀ ਨੂੰ ਖਿੱਚ ਕੇ, ਉਹ ਵੀ ਸਫਲ ਨਹੀਂ ਹੋ ਸਕੇਗਾ, ਕਿਉਂਕਿ ਨਾ ਤੂੰ ਆਵੈ ਬਸ ਬਹੁਤ ਸਿਆਣਪ ਹੈ। ਇਹ ਉਹ ਧਿਆਨ ਕਿਹਦਾ ਕਰੇ। ਉੱਥੇ ਭਾਈ ਗੁਰਦਾਸ ਜੀ ਕਹਿੰਦੇ ਆਦਿ ਪੁਰਖ ਆਦੇਸ਼। ਆਦੇਸ਼ ਦਾ ਮਤਲਬ ਹੁੰਦਾ ਮੱਥਾ ਟੇਕਣਾ, ਮੱਥਾ ਟੇਕਣ ਦਾ ਮਤਲਬ ਧਿਆਨ ਕਰਨਾ। ਆਦਿ ਪੁਰਖ ਕਹਿੰਦੇ ਆਦਿ ਪੁਰਖ ਦਾ ਧਿਆਨ ਕਰਨਾ ਤੂੰ। ਆਦਿ ਦਾ ਮਤਲਬ ਕੀ ਹੈ? ਸਭ ਤੋਂ ਪਹਿਲਾਂ। ਪੁਰਖ ਦਾ ਮਤਲਬ ਵਿਦਵਾਨਾਂ ਨੇ ਕੀਤਾ ਲੇਟਿਆ ਹੋਇਆ, ਲੰਮਾ ਪਿਆ। ਕਿਹਦੇ ਵਿੱਚ ਲੰਮਾ ਪਿਆ ਹੈ? ਕਹਿੰਦੇ ਉਹ ਆਦਿ ਪੁਰਖ ਜਿਹੜਾ ਤੇਰੇ ਹੀ ਸਰੀਰ ਵਿੱਚ ਲੇਟਿਆ ਹੋਇਆ ਹੈ, ਉਹਦਾ ਹੀ ਧਿਆਨ ਕਰਨਾ ਤੂੰ, ਬਾਹਰ ਨਹੀਂ ਕਿਸੇ ਦਾ ਕਰਨਾ। ਤੇਰੇ ਸਰੀਰ ਵਿੱਚ ਸਿਮਰਨ ਦਾ ਸੰਬੰਧ ਹੀ ਬੰਦੇ ਦੇ ਆਪਣੇ ਆਪ ਨਾਲ ਹੈ, ਬਾਹਰ ਕਿਤੇ ਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ ਹੈ। ਆਪ ਸਵਾਰ ਹੈ ਮੈਂ ਮਿਲਾਂ, ਪਹਿਲਾਂ ਮੈਂ ਨੂੰ ਮਿਲਣਾ, ਤੂੰ ਨੂੰ ਬਾਅਦ ਵਿੱਚ ਮਿਲੇਗਾ ਨਾ। ਮੈਂ ਤੇ ਅਜੇ ਮਿਲੀ ਨਹੀਂ, ਤੂੰ ਕਿੱਥੋਂ ਮਿਲ ਜਾਏਗਾ? ਅਜੇ ਮੈਂ ਹੀ ਨਹੀਂ ਪ੍ਰਗਟ ਹੋਈ। ਇਹ ਮੈਂ ਜਾਲੀ ਹੈ ਜਿਹਨੂੰ ਅਸੀਂ ਮੈਂ ਕਹਿੰਦੇ ਹਾਂ। ਸਵੇਰੇ ਆਪਾਂ ਵਿਚਾਰਿਆ ਸੀ ਉਹ ਮਮਤਾ ਵਾਲੀ ਮੈਂ ਹੈ। ਜਿਨ੍ਹਾਂ ਨੇ ਸਵੇਰ ਦੀ ਕਥਾ ਸੁਣੀ, ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾਂ ਜਗ ਖਾਇਆ, ਉਹ ਮੈਂ ਝੂਠੀ ਹੈ। ਇੱਕ ਝੂਠੀ ਮੈਂ ਸਾਡੇ ਵਿੱਚ ਤੇ ਇੱਕ ਸੱਚੀ ਮੈਂ ਹੈ। ਮਹਾਰਾਜ ਕਹਿੰਦੇ ਵੀ ਪਹਿਲਾਂ ਆਪਣੀ ਮੈਂ ਤੱਕ ਜਾ, ਤਾਂ ਤੂੰ ਤੱਕ ਜਾਏਗਾ। ਪਹਿਲਾਂ ਮੈਂ ਨੂੰ ਨਵਾ ਧਵਾ ਚੰਗੀ ਤਰ੍ਹਾਂ। ਉਹ ਅੱਖ ਬੰਦ ਹੋਈ ਪਈ ਹੈ ਤੇਰੀ, ਸ਼ੁੱਧ ਅੱਖ ਜਿਹਨੇ ਪ੍ਰਮਾਤਮਾ ਨੂੰ ਵੇਖਣਾ। ਉਹਦੇ ਬਾਰੇ ਵੀ ਗੁਰੂ ਅਮਰਦਾਸ ਜੀ ਨੇ ਸਵੇਰ ਦੇ ਬਚਨਾਂ ਵਿੱਚ ਦੱਸਿਆ ਕਿ ਉਹ ਤਿਨਾ ਅੰਤਰ ਬ੍ਰਹਮ ਦਿਖਾਇਆ। ਦੂਜੇ ਸ਼ਲੋਕ ਦੇ ਵਿੱਚ ਉਹ ਬ੍ਰਹਮ ਦੀ ਅੱਖ ਅੰਦਰ, ਉਹਨੂੰ ਪਹਿਲਾਂ ਧੋ, ਉਹਦੇ ਉੱਤੇ ਕਾਮ ਕ੍ਰੋਧ ਲੋਭ ਵੀ ਜਿਹੜੀ ਮਿੱਟੀ ਲੱਗੀ ਜਿੱਦਣ ਲੈ ਗਈ ਉਹਨੇ ਵੇਖਣ ਲੱਗ ਪੈਣਾ। ਉਹਨੂੰ ਤੀਜੀ ਅੱਖ ਕਿਹਾ। ਤੇ ਜੇ ਤੀਜੀ ਅੱਖ ਦੀ ਚਲੋ ਗੱਲ ਕਈ ਵਾਰੀ ਇਹ ਆ ਜਾਂਦੀ ਵੀ ਇਹ ਤਾਂ ਵਿਦਾਂਤੀਆਂ ਦੀ ਗੱਲ ਹੈ, ਤੁਸੀਂ ਵਿਦਾਂਤ ਨੂੰ ਵੀ ਛੱਡੋ, ਤੁਸੀਂ ਤੀਜੀ ਅੱਖ ਨੂੰ ਵੀ ਛੱਡੋ। ਤੁਸੀਂ ਸੁਖਮਣੀ ਸਾਹਿਬ ਹੁਣੇ ਪੜ੍ਹਿਆ, ਉਹਦੇ ਵਿੱਚ ਇੱਕ ਪੰਕਤੀ ਆਈ ਹੋਵੇਗੀ, ਮੈਨੂੰ ਯਾਦ ਨਹੀਂ ਵੀ ਕਿਹੜੀ ਅਸ਼ਟਪਦੀ ਵਿੱਚ ਹੈ। ਉਹਦੇ ਵਿੱਚ ਇੱਕ ਪੰਕਤੀ ਆਏਗੀ ਵੀ ਇੱਕ ਬੰਦਾ, ਆਮ ਬੰਦੇ ਦੋ ਅੱਖਾਂ ਵਾਲੇ ਨੇ, ਇੱਕ ਬੰਦਾ ਇੱਕ ਅੱਖ ਵਾਲਾ ਹੁੰਦਾ ਹੈ। ਆਮ ਬੰਦੇ ਦੋ ਅੱਖਾਂ ਵਾਲੇ ਨੇ। ਇੱਕ ਬੰਦਾ ਜਿਹੜਾ ਹੈ ਉਹਦਾ ਨੇਤਰ ਹੀ ਇੱਕੋ ਹੈ, ਉਹਨੂੰ ਬ੍ਰਹਮ ਗਿਆਨੀ ਕਿਹਾ ਹੈ। ਉਹ ਇੱਕ ਅੱਖ ਨਾਲ ਵਹਿੰਦਾ ਹੈ। ਉੱਥੇ ਸ਼ਬਦ ਹੈ ਸਦਾ ਨਿਹਾਰ ਹੈ ਇੱਕੋ ਨੇਤਰੇ। ਨਿਹਾਰਾਂ ਦਾ ਅਰਥ ਵੇਖਣਾ। ਪਾਠ ਕਰਨਾ ਸਿੱਧਾ ਵੀ ਬੜਾ ਜ਼ਰੂਰੀ ਹੈ, ਪਰ ਕੋਈ ਪੰਕਤੀ ਨੂੰ ਜਾਣ ਕੇ ਸਮਝ ਕੇ ਕਰਨਾ ਬੜਾ ਜ਼ਰੂਰੀ ਹੈ। ਕਿਤੇ ਕਿਤੇ ਆਪਣਾ ਨੁਕਤਾ ਖੁੱਲ੍ਹ ਸਕਦਾ ਅੰਦਰ। ਉਹਨਾਂ ਦੀ ਅੱਖ ਇੱਕ ਹੈ, ਉਹ ਇੱਕ ਅੱਖ ਇਹਨਾਂ ਦੋਵਾਂ ਵਿੱਚੋਂ ਇੱਕ ਵੀ ਨਹੀਂ। ਜਿਵੇਂ ਆਪਾਂ ਕਹੀਏ ਖੱਬੀ ਹੋਵੇਗੀ ਜਾਂ ਸੱਜੀ, ਨਹੀਂ, ਇਹ ਤਾਂ ਬੰਦ ਹੋ ਜਾਣਗੀਆਂ ਉੱਥੇ ਜਾ ਕੇ। ਮੂੰਦ ਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ, ਇਹ ਨਹੀਂ ਅੱਖਾਂ ਉਹ ਕਈਆਂ, ਇਹਨਾਂ ਵਿੱਚੋਂ ਇੱਕ ਵੀ ਨਹੀਂ, ਨਾ ਸੱਜੀ ਹੈ ਨਾ ਖੱਬੀ ਹੈ। ਉਹ ਇੱਕੋ ਨੇਤਰੇ ਜਿਹੜਾ ਹੈ ਉਹ ਮਨੁੱਖ ਦੀ ਆਤਮਾ ਹੈ, ਉੱਥੋਂ ਖੁੱਲ੍ਹਣੀ, ਉਹ ਬੰਦ ਪਈ ਹੋਈ ਅੰਦਰ, ਉਹਦੇ ਨਾਲ ਉਹਨੇ ਦਿਸਣਾ। ਇਸ ਲਈ ਮਹਾਰਾਜ ਕਹਿੰਦੇ ਤੂੰ ਦਰਸ਼ਨ ਬਾਰੇ ਤੇ ਮੈਨੂੰ ਰੋਜ਼ ਕਹਿਣਾ, ਪਹਿਲਾਂ ਅੱਖ ਬਾਰੇ ਦੱਸ ਵੀ ਉਹ ਕਿੱਥੇ ਤੇਰੀ। ਅੱਖ ਲੈ ਕੇ ਆ ਪਹਿਲਾਂ ਮੇਰੇ ਕੋਲ। ਉਹਦੇ ਉੱਤੇ ਪੱਟੀ ਬੱਜੀ ਹੋਈ, ਉਹ ਖੋਲ ਦੇ। ਭਾਈ ਕਨ੍ਹਈਆ ਜੀ ਦੀ ਉਹ ਪੱਟੀ ਖੁੱਲ੍ਹ ਗਈ। ਫਿਰ ਕਹਿੰਦੇ ਬਾਹਰ ਜਿੱਧਰ ਵਹਿੰਦੇ ਨੇ ਉਹ ਨਜ਼ਰ ਆਈ ਜਾਂਦਾ, ਜਿਹਨੂੰ ਆਪਾਂ ਲੱਭਦੇ ਫਿਰਨੇ, ਇੱਕੋ ਹੀ ਨਜ਼ਰ ਆਉਂਦਾ। ਸਦਾ ਨਿਹਾਰੈ ਇੱਕੋ ਨੇਤਰੇ, ਉਹ ਇੱਕ ਅੰਦਰ ਤੇਰੇ ਵਿੱਚ ਹੀ ਹੈ, ਅੰਦਰੋਂ ਤੈਨੂੰ ਨਜ਼ਰ ਆਉਣਾ। ਭਾਈ ਗੁਰਦਾਸ ਕਹਿੰਦੇ ਆਦਿ ਪੁਰਖ, ਉਹਨੂੰ ਆਦੇਸ਼ ਕਰ ਜੋ ਤੇਰੇ ਅੰਦਰ ਹੀ ਬੈਠਾ ਹੋਇਆ ਹੈ। ਇੱਥੋਂ ਸ਼ੁਰੂ ਕਰ ਸਿਮਰਨ ਨੂੰ।
ਤੇ ਤੁਸੀਂ ਉਹ ਬਾਣੀ ਹੁਣੇ ਪੜ੍ਹ ਕੇ ਆਏ ਹੋ, ਇਸ ਲਈ ਮੈਂ ਉਹਦੇ ਵਿੱਚੋਂ ਉਦਾਹਰਨਾਂ ਲੈ ਰਿਹਾ। ਇੱਕ ਹੋਰ ਤੁਕ ਮੇਰੇ ਸਾਹਮਣੇ ਆ ਗਈ, ਪਰ ਉਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਪੜ੍ਹਦੇ ਸੀ ਪਏ, ਜਿਹੜੇ ਹਾਜ਼ਰ ਸਨ। ਉਹਦੇ ਵਿੱਚ ਮਹਾਰਾਜ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ, ਆਦਿ ਪੁਰਖ ਆਦੇਸ਼, ਆਦਿ ਪੁਰਖ ਨੂੰ ਆਦੇਸ਼ ਕਰ, ਮੱਥਾ ਟੇਕ। ਤੇ ਹੁਣ ਆਦਿ ਪੁਰਖ ਨੂੰ ਬਾਹਰ ਲੱਭਣ ਜਾਵਾਂਗੇ? ਜੇ ਧੋਖਾ ਹੋ ਗਿਆ, ਕੋਈ ਬੰਦਾ ਕਹੇਗਾ ਮੇਰਾ ਨਾਂ ਆਦਿ ਪੁਰਖ ਹੈ ਜੀ, ਬਹਿ ਗਿਆ ਚਮਕੜਾ ਮਾਰ ਕੇ, ਮੈਨੂੰ ਮੱਥਾ ਟੇਕ। ਫਿਰ ਆਪਾਂ ਬਾਣੀ ਵਿੱਚੋਂ ਪੁੱਛ ਲਾਂਗੇ। ਤੇ ਸੁਖਮਣੀ ਸਾਹਿਬ ਵਿੱਚ ਮਹਾਰਾਜ ਕਹਿੰਦੇ, ਆਪਸ ਕੋ ਆਪੈ ਆਦੇਸ਼, ਆਪਣੇ ਆਪ ਨੂੰ ਆਪ ਹੀ ਮੱਥਾ ਟੇਕਦੇ, ਤੇਰੇ ਵਿੱਚ ਹੀ ਬੈਠਾ ਹੋਇਆ ਆਪਣੇ ਆਪ ਨੂੰ। ਇਹ ਤੇ ਔਖਾ ਸਭ ਤੋਂ, ਆਪਣੇ ਆਪ ਨੂੰ ਵੇਖਣਾ ਸਭ ਤੋਂ ਔਖਾ ਹੈ। ਸਾਰੇ ਮੰਦਰ, ਮਸਜਿਦਾਂ, ਗੁਰਦੁਆਰੇ, ਤੀਰਥ ਯਾਤਰਾ ਜੋ ਮਰਜ਼ੀ ਕਰੋ, ਉਹਨਾਂ ਨੂੰ ਵੇਖਣਾ ਬੜਾ ਸੌਖਾ ਹੈ, ਕਿਉਂਕਿ ਮਾਇਆ ਕਮਾਈ, ਇਹ ਗੱਡੀ ਕਰ ਲਈ, ਚਲੇ ਗਏ, ਵਿੱਚ ਸਮਾਨ ਰੱਖ ਲਿਆ ਖਾਣ ਪੀਣ ਦਾ। ਪਰ ਉੱਥੇ ਜਾ ਕੇ ਵੀ ਉਹ ਵੀ ਤਾਂ ਬਣਾਏ ਸੀ ਮਹਾਰਾਜ ਨੇ, ਗੁਰੂ ਧਾਮ ਜਾਂ ਥਾਂ ਉਹ ਤਾਂ ਬਣੇ ਸੀ ਕਿ ਉਹਨਾਂ ਨੇ ਫਿਰ ਕਿਹਾ ਵੀ ਤੂੰ ਇੱਥੇ ਮੇਰੇ ਕੋਲ ਜੋ ਕੁਝ ਲੱਭਣ ਆਇਆ ਨਾ, ਉਹ ਤੇਰੇ ਵਿੱਚ ਹੈ। ਉੱਥੋਂ ਉਹਨਾਂ ਨੇ ਉਹ ਸਿਖਾਉਣਾ। ਹਜ਼ੂਰ ਸਾਹਿਬ ਵਿੱਚੋਂ ਕੀ ਸਿੱਖਣਾ? ਜਾਣਾ ਜ਼ਰੂਰ ਹੈ ਹਜ਼ੂਰ ਸਾਹਿਬ, ਖੰਡਨ ਨਹੀਂ ਕਰਨਾ ਉਹਦਾ। ਹਜ਼ੂਰ ਸਾਹਿਬ ਜਾਣਾ ਹੈ ਤੇ ਹਜ਼ੂਰ ਸਾਹਿਬ ਵਾਲੇ ਬਾਬੇ ਨੂੰ ਪੁੱਛਣਾ ਹੈ ਵੀ ਦੱਸੋ। ਉਹਨੇ ਕਿਹਾ ਹਜ਼ੂਰੀ ਵਿੱਚ ਰਿਹਾ ਕਰ, ਉਹ ਕੋਲ ਹੀ ਰਹਿੰਦਾ ਜਿੰਨਾ ਤੂੰ ਇੱਥੋਂ ਲੱਭਣਾ ਹੈ। ਹਜ਼ੂਰੀ ਵਿੱਚ ਰਿਹਾ ਕਰ, ਉੱਥੋਂ ਹਜ਼ੂਰੀ ਦਾ ਪਤਾ ਲੱਗਣਾ ਹੈ। ਜੇ ਗਏ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲ ਹਰਿਮੰਦਰ ਸਾਹਿਬ ਮੱਥਾ ਟੇਕਿਆ, ਤੇ ਉਹਨਾਂ ਨੇ ਕਹਿਣਾ ਵੀ ਆ ਤੂੰ ਮੇਰੇ ਹਰਿਮੰਦਰ ਵਿੱਚ ਆਇਆ ਨਾ, ਮੈਂ ਤੈਨੂੰ ਇੱਕ ਹੋਰ ਹਰਿਮੰਦਰ ਦੱਸਣਾ, ਤੂੰ ਉਹਦੇ ਵਿੱਚ ਵੀ ਜਾਇਆ ਕਰ। ਦੂਜਾ ਹਰਿਮੰਦਰ ਉਹ ਕਿਹੜਾ ਜੀ? ਮਹਾਰਾਜ ਬਾਂਹ ਫੜ ਕੇ ਕਹਿਣਗੇ, ਹਰਿਮੰਦਰ ਇਹ ਸਰੀਰ ਹੈ ਜਿੱਥੋਂ ਹਰ ਜਾਤਾ। ਕਦੀ ਸਰੀਰ ਦੇ ਵਿੱਚ ਗਿਆ, ਕਦੀ ਆਪਣੇ ਆਪ ਨੂੰ ਵੇਖੀ? ਸਾਰੀ ਦੁਨੀਆ ਤੂੰ ਵੇਖ ਲਈ, ਤੂੰ ਆਪਣੇ ਆਪ ਨੂੰ ਨਹੀਂ ਵੇਖਦਾ ਕਦੀ। ਆਪ ਤੂੰ ਕੀ ਸੋਚ ਰਿਹਾ ਹੈ, ਕੀ ਵੇਖ ਰਿਹਾ ਹੈ, ਕੀ ਅੰਦਰੋਂ ਅੰਦਰ ਹੀ ਬਣਾਈ ਜਾ ਰਿਹਾ ਹੈ, ਉਹਨੂੰ ਕਦੀ ਵੇਖਿਆ ਕਰ। ਉੱਥੋਂ ਗੱਲ ਸ਼ੁਰੂ ਹੋਣੀ ਹੈ। ਹੋਰ ਕਿਸੇ ਥਾਂ ਨੇ, ਉਹ ਤਾਂ ਸੈਲਫ ਦਿੰਦੇ ਨੇ ਥਾਂ ਤੈਨੂੰ। ਉਹਨਾਂ ਸਿਰਫ ਧੱਕਾ ਦੇਣਾ ਵੀ ਤੂੰ ਆਪਣਾ ਕੰਮ ਸ਼ੁਰੂ ਕਰ ਦੇ ਅੰਦਰ ਜਾ ਕੇ। ਇਸ ਲਈ ਆਦਿ ਪੁਰਖ ਆਦੇਸ਼, ਮਹਾਰਾਜ ਕਹਿੰਦੇ ਤੇਰੇ ਵਿੱਚ ਹੀ ਜੋ ਬੈਠਾ ਹੋਇਆ ਹੈ, ਸਮਾਇਆ ਹੋਇਆ ਹੈ, ਉਹਨੂੰ ਹੀ ਤੂੰ ਮੱਥਾ ਟੇਕ। ਤੇ ਅੱਗੇ ਇੱਕ ਬਚਨ ਕਿਹਾ, ਓਨਮ ਸ੍ਰੀ ਸਤਿਗੁਰ ਚਰਨ। ਓਨਮ ਦਾ ਮਤਲਬ ਹੁੰਦਾ ਨਮਸਕਾਰ ਕਰਨੀ। ਓਨਮ ਸ੍ਰੀ ਸਤਿਗੁਰ ਚਰਨ। ਫਿਰ ਕਿਸੇ ਨੇ ਪੁੱਛਿਆ ਜੀ ਮੈਂ ਆਪਣੇ ਆਪ ਨੂੰ ਕਿਵੇਂ ਵੇਖਾਂ, ਆਪਣੇ ਵਿੱਚੋਂ ਕਿਵੇਂ ਵੇਖਾਂ? ਤੇ ਭਾਈ ਗੁਰਦਾਸ ਜੀ ਕਹਿੰਦੇ ਸ੍ਰੀ ਸਤਿਗੁਰ ਚਰਨ। ਸਤਿਗੁਰਾਂ ਦੇ ਚਰਨਾਂ ਦੇ ਰਾਹੀਂ ਆਪਣੇ ਅੰਦਰ ਜਾ। ਤੂੰ ਆਪਣੇ ਪੈਰਾਂ ਰਾਹੀਂ ਆਪਣੇ ਅੰਦਰ ਨਹੀਂ ਜਾ ਸਕਦਾ। ਗੁਰੂ ਤੋਂ ਪੈਰ ਮੰਗ ਲੈ, ਗੁਰੂ ਤੋਂ ਪੈਰ ਮੰਗ। ਗੁਰੂ ਕੀ ਬਾਣੀ, ਗੁਰੂ ਕੇ ਚਰਨ ਨੇ, ਉਹਦੇ ਨਾਲ ਜੁੜ ਜਾਓ, ਤੈਨੂੰ ਅੰਦਰ ਲੈ ਜਾਏਗੀ ਤੇਰੇ। ਫਿਰ ਜਿਨ੍ਹਾਂ ਨੇ ਆਪਣੇ ਅੰਦਰੋਂ ਵੇਖ ਲਿਆ, ਹੁਣ ਉਹਨਾਂ ਨੇ ਜਦੋਂ ਫਿਰ ਬਾਹਰ ਵੇਖਿਆ, ਪਹਿਲਾਂ ਵੱਖਰੇ ਵੱਖਰੇ ਲੋਕ ਦਿਸਦੇ ਸੀ। ਕੋਈ ਪੁਰਸ਼ ਸੀ, ਕੋਈ ਇਸਤਰੀ ਸੀ, ਕੋਈ ਪਸ਼ੂ ਸੀ, ਕੋਈ ਪੰਛੀ ਸੀ। ਪਰ ਜਦੋਂ ਆਪਣੇ ਅੰਦਰ ਦੀ ਅੱਖ ਖੁੱਲ੍ਹ ਗਈ, ਸਤਿਗੁਰੂ ਨੇ ਕਿਰਪਾ ਕਰ ਦਿੱਤੀ, ਤਾਂ ਇਸ ਤੋਂ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਉਸ ਗੁਰਮੁਖ ਨੇ ਜਦੋਂ ਅੱਖ ਖੋਲ੍ਹੀ ਨਾ ਬਾਹਰ, ਤੇ ਬਾਹਰਲੀ ਦੁਨੀਆ ਸਾਰੀ ਤਬਦੀਲ ਹੋ ਗਈ। ਬਦਲ ਗਿਆ ਨਕਸ਼ਾ ਟੋਟਲ। ਕੀ ਹੋਇਆ? ਘਟ ਘਟ ਕਾ ਪਰਵੇਸ਼। ਪਤਾ ਲੱਗਾ ਵੀ ਜਿਹੜਾ ਮੇਰੇ ਵਿੱਚ ਹੈ ਉਹ ਸਾਰਿਆਂ ਵਿੱਚ ਹੈ, ਦੂਜਿਆਂ ਵਿੱਚ। ਹੁਣ ਧੋਖਾ ਕਰਨਾ ਬੰਦ ਹੋ ਜਾਏਗਾ। ਕਿਉਂ? ਜੇ ਉਹ ਮੇਰੇ ਵਿੱਚ ਦੂਜਿਆਂ ਵਿੱਚ ਵੀ ਹੈ, ਤੇ ਫਿਰ ਮੈਂ ਦੂਜੇ ਦੀ ਜੇਬ ਕਿਵੇਂ ਕੱਢ ਸਕਣਾ? ਇਹ ਹੋ ਹੀ ਨਹੀਂ ਸਕਦਾ। ਉਹ ਸਾਰਿਆਂ ਦੇ ਵਿੱਚ ਨਜ਼ਰ ਆਉਣ ਲੱਗ ਪਿਆ, ਦੂਜੇ ਵਿੱਚ ਵੀ ਨਜ਼ਰ ਆਉਣ ਲੱਗ ਪਿਆ। ਮੇਰ ਤੇਰ ਇਹ ਮਾਰਗ ਖੰਡੇ ਧਾਰ, ਮੇਰ ਤੇਰ ਬਬਰਜਤ। ਜਿਵੇਂ ਦਾ ਆਪਣਾ ਬੱਚਾ ਲੱਗਦਾ ਸੀ, ਹੁਣ ਦੂਜੇ ਦਾ ਵੀ ਉਸ ਤਰ੍ਹਾਂ ਹੀ ਲੱਗਦਾ। ਬਰਾਬਰਤਾ ਆ ਗਈ ਨਾ, ਸਮਤਾ ਆ ਗਈ, ਸਮਦ੍ਰਿਸ਼ਟੀ ਆ ਗਈ। ਇਹ ਅਵਸਥਾ ਨੇ ਅੰਦਰ ਦੀਆਂ, ਇਹ ਬਣੀਆਂ ਉਹਨਾਂ ਲੋਕਾਂ ਦੀਆਂ ਜਿਨ੍ਹਾਂ ਦੀ ਯਾਦ ਵਿੱਚ ਅਜੇ ਵੀ ਆਪਾਂ ਹਜ਼ਾਰਾਂ ਹਜ਼ਾਰਾਂ ਲੋਕ ਇਕੱਠੇ ਹੁੰਦੇ ਹਾਂ। ਉਹ ਚੀਜ਼ਾਂ ਇਹਨਾਂ ਦੇ ਵਿੱਚ ਪ੍ਰਗਟ ਹੋਈਆਂ ਸਨ ਜੋ ਗੁਰਬਾਣੀ ਦੇ ਵਿੱਚ ਲਿਖੀਆਂ ਹੋਈਆਂ ਨੇ। ਤੇ ਜਿੰਨਾ ਚਿਰ ਉਹ ਸਾਡੇ ਵਿੱਚ ਨਹੀਂ ਆਉਂਦੀਆਂ, ਉਹਨਾਂ ਚਿਰ ਪੰਧ ਨਹੀਂ ਨਿਬੜਨਾ।
ਇਸ ਲਈ ਭਾਈ ਗੁਰਦਾਸ ਕਹਿੰਦੇ ਘਟ ਘਟ ਕਾ ਪ੍ਰਵੇਸ਼ ਵੇਖਿਆ, ਸਾਰਿਆਂ ਦੇ ਵਿੱਚ ਉਹਦੇ ਦੀਦਾਰ, ਸਾਰਿਆਂ ਦੇ ਵਿੱਚ ਉਹਦੇ ਦੀਦਾਰ, ਹਰ ਇੱਕ ਦੇ ਵਿੱਚੋਂ ਵੱਖਰਾ ਕੁਝ ਰਿਹਾ ਹੀ ਨਹੀਂ। ਆ ਫਲਾਣਾ ਸਿੰਘ ਹੈ ਤੇ ਆ ਫਲਾਣਾ ਸਿੰਘ। ਸੇਵਾ ਫਿਰ ਸ਼ੁਰੂ ਹੁੰਦੀ। ਨਹੀਂ ਤੇ ਅਸੀਂ ਕਈ ਵਾਰੀ ਜੋੜੇ ਵੀ ਵੇਖ ਵੇਖ ਕੇ ਬੰਦਿਆਂ ਦੇ ਸਾਫ਼ ਕਰਨੇ ਆ ਵੀ ਆਹ ਬਾਕੀ ਦੇ ਕਰ ਲੈਣੇ ਨੇ, ਫਲਾਣਾ ਸਿੰਘ ਉਹਦੇ ਨਾਲ ਤੇ ਬਣਦੀ ਨਹੀਂ ਮੇਰੀ, ਇਹਦਾ ਨਹੀਂ ਜੋੜਾ ਚੁੱਕਣਾ ਮੈਂ। ਫਰਕ ਪੈ ਜਾਏਗਾ ਬਹੁਤ ਜ਼ਿਆਦਾ। ਚੀਜ਼ਾਂ ਅੰਦਰ ਵੱਜੀਆਂ ਰਹਿੰਦੀਆਂ ਨੇ। ਉਹ ਸਮਤਾ ਜਿੰਨਾ ਚਿਰ ਨਹੀਂ ਆਉਂਦੀ ਓਨਾ ਚਿਰ ਇਹ ਚੀਜ਼ਾਂ ਕਾਮਯਾਬ ਨਹੀਂ ਹੁੰਦੀਆਂ। ਮਹਾਰਾਜ ਕਹਿੰਦੇ ਪੈਡਲ ਮਾਰੀ ਚੱਲ ਪੈਡਲ, ਸਟੈਂਡ ਤੇ ਤੂੰ ਲਾਇਆ ਨਹੀਂ ਸਾਈਕਲ ਦਾ, ਪਹੀਆ ਘੁੰਮੀ ਜਾਂਦਾ ਹੈ, ਪੈਡਲ ਘੁੰਮੀ ਜਾਂਦੇ ਨੇ। ਉਹ ਚੀਜ਼ਾਂ ਨਹੀਂ ਖੁੱਲਣਗੀਆਂ ਅੰਦਰੋਂ ਕਦੀ ਵੀ। ਇਸ ਕਰਕੇ ਘਟ ਘਟ ਕਾ ਪ੍ਰਵੇਸ਼ ਏਕ ਅਨੇਕ ਵਿਵੇਕ ਸੱਸ। ਜਿਵੇਂ 1000 ਘੜਿਆਂ ਦੇ ਵਿੱਚ ਇੱਕ ਹੀ ਚੰਦਰਮਾ ਸਾਰਿਆਂ ਵਿੱਚ ਵੱਖਰਾ ਵੱਖਰਾ ਨਜ਼ਰ ਆਉਂਦਾ ਹੈ, ਇਸ ਤਰ੍ਹਾਂ ਉਸ ਗੁਰਮੁਖ ਦੀ ਅੱਖ ਖੁੱਲ੍ਹ ਜਾਂਦੀ ਜਿਹਦੇ ਅੰਦਰ ਨਾਮ ਦੀ ਦਾਤ ਵਸ ਜਾਏ। ਹਰ ਇੱਕ ਥਾਂ ਤੋਂ ਉਹਨੂੰ ਇੱਕ ਨਜ਼ਰ ਆਉਂਦਾ। ਇਹ ਉਸ ਗੁਰਮੁਖ ਦੀ ਅਵਸਥਾ ਹੈ ਜਿਹਦੇ ਅੰਦਰ ਨਾਮ ਵਸਿਆ। ਜੇ ਇਹ ਦਾਤ ਅਜੇ ਨਹੀਂ ਆਈ ਤਾਂ ਅਜੇ ਨਾਮ ਅੰਦਰ ਨਹੀਂ ਵਸਿਆ। ਇਹ ਤਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਿ ਉਹ ਜਿੱਧਰ ਵੇਖੇਗਾ ਇੱਕ ਦੇ ਦੀਦਾਰ ਹੋਣਗੇ, ਉਹਨੂੰ ਦੂਸਰਾ ਨਜ਼ਰ ਨਹੀਂ ਆਉਂਦਾ। ਅਗਲੇ ਦੋਰੇ ਵਿੱਚ ਕਹਿੰਦੇ ਓਨਮ ਸ਼੍ਰੀ ਸਤਿਗੁਰ ਚਰਨ ਆਦਿ ਪੁਰਖ ਆਦੇਸ਼। ਇਹ ਉਹਦੀ ਵਿਆਖਿਆ ਪਹਿਲੇ ਸ਼ਲੋਕ। ਉਸ ਪੂਰੇ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰ, ਭਾਵ ਗੁਰਬਾਣੀ ਨੂੰ ਅੰਦਰ ਧਾਰਨ ਕਰ, ਜਿਹੜੀ ਤੈਨੂੰ ਤੇਰੇ ਅੰਦਰ ਹੀ ਲੁਕੇ ਹੋਏ ਆਦਿ ਪੁਰਖ ਦੇ ਦਰਸ਼ਨ ਕਰਾ ਸਕਦੀ ਹੈ। ਏਕ ਅਨੇਕ ਵਿਵੇਕ ਸੱਸ ਘਟ ਘਟ ਕਾ ਪ੍ਰਵੇਸ਼। ਗੁਰੂ ਕੀ ਬਾਣੀ ਜਦੋਂ ਅੰਦਰ ਵਸ ਗਈ ਫਿਰ ਹਰ ਇੱਕ ਸਰੀਰ ਦੇ ਵਿੱਚੋਂ ਉਸ ਇੱਕ ਦੇ ਹੀ ਦੀਦਾਰ ਹੁੰਦੇ ਨੇ। ਭਾਈ ਸਾਹਿਬ ਕਹਿੰਦੇ ਨੇ ਘਟ ਘਟ ਕਾ ਪ੍ਰਵੇਸ਼ ਸ਼ੇਸ਼ ਪਹਿ ਕਹਿਤ ਨ ਆਵੈ। ਉਹਦੀ ਮਹਿਮਾ ਇੰਨੀ ਵੱਡੀ ਉਸ ਰੱਬ ਦੀ ਜੋ ਸਾਡੇ ਸਰੀਰ ਦੇ ਵਿੱਚ ਹੀ ਵਸਦਾ ਹੈ। ਇਹ ਤਾਂ ਭਾਈ ਗੁਰਦਾਸ ਜੀ ਕਹਿ ਰਹੇ ਨੇ ਵੀ ਕਿਤੇ ਸਿੱਖ ਸਾਰੀ ਉਮਰ ਕਲਪਨਾ ਕਰਦਾ ਰਹੇ ਵੀ ਪ੍ਰਮਾਤਮਾ ਕਿਤੇ ਆਕਾਸ਼ ਵਿੱਚੋਂ ਆਉਣਾ ਹੈ, ਜਾਂ ਕੋਈ ਹੋਰ ਲਾਈਟ ਹੋ ਜਾਣੀ ਹੈ ਇੱਕਦਮ, ਜਾਂ ਕੁਝ ਹੋਵੇਗਾ। ਇਹ ਉਸ ਭਰਮ ਨੂੰ ਕੱਟਣ ਵਾਸਤੇ ਸਾਡਾ ਰਾਹ ਨੇੜੇ ਕਰ ਰਹੇ ਨੇ, ਸਾਡੇ ਭਰਮ ਤੋੜ ਰਹੇ ਨੇ। ਕਈ ਵਾਰੀ 20-20 ਸਾਲ ਅਸੀਂ ਲਾ ਦਿੰਦੇ ਹਾਂ ਗਲਤ ਰਾਹਾਂ 'ਤੇ ਜ਼ੋਰ ਲਾਉਂਦੇ ਰਹਿੰਦੇ ਹਾਂ, ਉੱਥੇ ਪਹੁੰਚਦਾ ਕੋਈ ਵੀ ਨਹੀਂ, ਸਾਰੀ ਸਾਰੀ ਉਮਰ ਲੰਘ ਜਾਂਦੀ ਹੈ। ਕਿਉਂ? ਉਹ ਚੀਜ਼ ਅਸੀਂ ਨਹੀਂ ਵਹਿੰਦੇ। ਉਹ ਕਹਿੰਦੇ ਆਪਣੇ ਅੰਦਰ ਵੇਖ, ਉਹ ਇੰਨਾ ਬੇਅੰਤ ਹੈ ਜਦੋਂ ਤੇਰੇ ਵਿੱਚੋਂ ਪ੍ਰਗਟ ਹੋ ਗਿਆ, ਉਹਦੀ ਜੋਤ ਪ੍ਰਗਟ ਹੋ ਗਈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਫਿਰ ਸ਼ੇਸ਼ ਨਾਗ ਦੀਆਂ 1000 ਜੇਬਾਂ ਮੰਨੀਆਂ ਨੇ, ਉਹਦੇ ਤੋਂ ਵੀ ਉਹਦੀ ਉਸਤਤ ਨਹੀਂ ਹੋ ਸਕਦੀ। ਉਹ ਕੀ ਕਹਿੰਦਾ? ਨੇਤ ਨੇਤ ਕਹਿ ਨੇਤ ਵੇਦ ਬੰਦੀ ਜਨ ਗਾਵੈ। ਹੁਣ ਜਿਹਦੇ ਅੰਦਰ ਉਹ ਜੋਤ ਪ੍ਰਗਟ ਹੋ ਗਈ, ਉਹ ਕਹਿੰਦਾ ਉਹ ਤੇ ਬੇਅੰਤ ਉਹਦੀ ਮਹਿਮਾ ਹੈ, ਤੇ ਬੇਅੰਤ ਉਹਦੀ ਤਾਕਤ ਹੈ, ਬੇਅੰਤ ਉਹਦੀ ਸੁੰਦਰਤਾ ਹੈ। ਉੱਥੇ ਕੋਈ ਅੰਤ ਨਹੀਂ ਪੈਂਦਾ। ਆਦ ਮਦ ਅਰ ਅੰਤ ਹੁਤੇ ਹੁਤ ਹੈ ਪੁਨ ਹੋਨਮ। ਉਹ ਸਦਾ ਹੀ ਰਹਿੰਦਾ, ਸਰੀਰ ਰਵੇ ਭਾਵੇਂ ਨਾ ਰਵੇ। ਇਉਂ ਕਹਿ ਲਵੋ ਉਸ ਗੁਰਮੁਖ ਦੀ ਮੌਤ ਵੀ ਖਤਮ ਹੋ ਗਈ, ਕਿਉਂਕਿ ਉਹ ਇਸ ਸਰੀਰ ਤੋਂ ਉਸ ਸਰੀਰ ਤੱਕ ਚਲਾ ਗਿਆ ਜਿਹੜਾ ਉਹਨੂੰ ਪਤਾ ਲੱਗ ਗਿਆ ਕਿ ਜਦੋਂ ਮੈਂ ਜਨਮ ਲਿਆ ਸੀ ਉਹਦੇ ਤੋਂ ਪਹਿਲਾਂ ਵੀ ਮੈਂ ਹੈ ਸੀ। ਉਹ ਲੱਭ ਗਿਆ ਉਹਨੂੰ। ਆਪਾਂ ਜਨਮ ਤੋਂ ਪਹਿਲਾਂ ਵੀ ਹੈ ਸੀ। ਆਪਾਂ ਕਹਿੰਦੇ ਨਾ ਸਰੀਰ ਦੇ ਵਿੱਚ ਜੋਤ ਪਈ ਸੀ, ਉਹਨੂੰ ਮਹਾਰਾਜ ਕਹਿ ਰਹੇ ਨੇ। ਹੁਣ ਡਰ ਉਹਦਾ ਹੀ ਖਤਮ ਹੋਏਗਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਇਸ ਸਰੀਰ ਤੋਂ ਬਿਨਾਂ ਵੀ ਮੇਰਾ ਸਰੀਰ ਹੈ, ਜੋ ਪਹਿਲਾਂ ਵੀ ਸੀ ਮੇਰੇ ਜਨਮ ਲੈਣ ਤੋਂ ਪਿੱਛੋਂ ਆ ਰਿਹਾ। ਹੁਣ ਸਰੀਰ ਨਾਲ ਇਹਦੇ ਵਿੱਚ ਵੀ ਉਹ ਹੈ, ਤੇ ਕੱਲ੍ਹ ਨੂੰ ਇਸ ਸਰੀਰ ਦਾ ਸਮਾਂ ਖਤਮ ਹੋ ਗਿਆ, ਇਹਦਾ ਸੰਸਕਾਰ ਹੋ ਗਿਆ, ਤੇ ਮੈਂ ਨਹੀਂ ਮਰਨਾ, ਮੈਂ ਉਸੇ ਤਰ੍ਹਾਂ ਹੀ ਰਹਿਣਾ ਹੈ। ਡਰ ਉਹਦੇ ਵਿੱਚੋਂ ਚਲਾ ਗਿਆ। ਮੌਤ ਉਹਦੀ ਖਤਮ ਹੋਈ ਜਿਹਨੇ ਅੰਦਰਲੇ ਸਰੀਰ ਨੂੰ ਲੱਭ ਲਿਆ। ਦੂਜੇ ਦੀ ਮੌਤ ਕਾਇਮ ਰਹੇਗੀ, ਉਹ ਸਰੀਰ ਨਾਲ ਚੰਬੜਿਆ ਰਹੇਗਾ। ਇਸ ਕਰਕੇ ਕਹਿ ਰਹੇ ਨੇ ਉਹ ਅੰਦਰਲੇ ਸਰੀਰ ਤੱਕ ਚਲਾ ਗਿਆ ਹੈ, ਕਿਉਂਕਿ 2 ਸਰੀਰ ਬਾਣੀ ਨੇ ਵੀ ਮੰਨੇ ਨੇ, ਦੇਹੀ ਗੁਪਤ ਬਦੇਹੀ ਦਿਸੈ। ਅੰਦਰ ਇੱਕ ਸਰੀਰ ਹੈ ਜਿਹੜਾ ਨਜ਼ਰ ਨਹੀਂ ਆਉਂਦਾ, ਜਿਹੜਾ ਹੱਥਾਂ ਵਿੱਚ ਨਹੀਂ ਆਉਂਦਾ। ਆਹ ਸਰੀਰ ਉਹਦਾ ਵਾਹਨ ਹੈ, ਉਹਦੀ ਗੱਡੀ ਹੈ, ਉਹਦੇ ਰਾਹੀਂ ਚਲਾਇਆ ਜਾ ਰਿਹਾ।
इस करके कहते ਉਹਦੀ कोई महिमा नहीं, ਉਹਦੀ शक्ति का भी कोई अंत नहीं, बेअंत है, परे तो परे है, ਉਹਦੇ बारे ਕਿਹਾ ही नहीं जा सकता भी कित्थों तक ਉਹਦੀ पहुँच हो जाती है। ਉਹ ਪਹਿਲਾਂ भी सी, ਹੁਣ भी है, ਤੇ ਆਉਣ वाले समय ਵਿੱਚ भी रहेगा। इस करके भै ਉਹਦੇ अंदरों चला गया, मौत ਉਹਦੇ अंदरों चली गई। आदि पुरख आदेश चरण श्री सतगुर ओनम, उस शरीर दे विच ही बैठे हुए उस वाहिगुरू नूं नमस्कार है। भाई गुरदास जी ये जुगत दसदे ने। इत्थों तक भाई साहब ने सानू एक रस्ता दे दिता कि जिस रब दा तू ध्यान करना है, जिहदा तू सिमरन करना है, वो कोई शरीर नहीं है, वो एक जोत स्वरूप है, तो उसका टिकाणा तेरे शरीर विच ही है। एक विशा क्लीयर हो गया बिल्कुल कि जिस रब नूं तू गाउणा है, कोई अवा तवा नहीं भी शब्द तू जपी जाएगा पता नहीं कित्थे है तो कित्थे नहीं। उसका तेनू टिकाणा दस दिता भाई गुरदास जी ने कि वो तेरे ही शरीर विच बैठा, तो शब्द के राही ही उन्होंने ध्याया जा सकता है। हुण उस अंदरले अकाल पुरख दे गुण होर दस रहे ने, जिन्हों भाई साहब कहते अविगत अलख अभेव अगम अपार अनंत गुर। इत्थे शब्द गुर वरत्या कि सिख दा गुरु उहदे अंदर ही बैठा होया। बाहरों शुरू करना है, बाहरों आरंभ करना है। अपने ध्यान दे विच 10 पातशाहियां आउंदियां ने, 10 पातशाहियां दे कौतक आउंदे ने, असीं उन्हां दीयां तस्वीरां वेखने आ, ध्यान बाहर चला जाता है। उन्हां कौतकां तो हौली हौली अंदर चले जाना है, तो अंदर वेखना है कि वो स्वरूप अंदर ही, बाणी का स्वरूप अंदर ही टिकिया होया है। उन्होंने कह रहे हैं अविगत, जेड़ा अविगत यानी कि अव्यक्त है, वो व्यक्ति नहीं है। ये भरम कढ़न दे शब्द ने सारे, हैं थोड़े जिहे रसहीन, थोड़े जिहे फिक्के ने। पर साध संगत जी दो रस्ते ने, एक भावना श्रद्धा इमोशनल होना, वो विशा वखरा है, पर ज्ञान नूं नाल लै के जरूर तरना है। उहदे नाल ये हो जाएगा भी 1 घंटा थोड़ा जिहा अखां विचों पानी बह जाएगा, अंदर आनंद जिहा आ जाएगा, पर मार्गदर्शन बहुत घट होएगा। ये शब्द थोड़े जिहे फिक्के ने, पर ये मार्गदर्शन करते हैं। महाराज कहते अविगत, वो व्यक्ति नहीं है, उसकी मूर्ति नहीं है, ਉਹਦਾ तू स्वरूप नहीं कोई ध्यान विच लियाउणा, नहीं तो तू उत्थे अड़िया रहेगा सारी उम्र। आ सतगुरु ने आप क्यों किया, 10 पातशाह ने, कलगीधर पातशाह नूं क्यों कहना पिया भी जो मुझको परमेश्वर उचरै ते सब नरक कुंड में पर है। भावें कि गुरु की बाणी दे विच गुरु नूं परमेश्वर ही किया है, ये सतगुरु नूं भी पता सी, गुरु गोबिंद सिंह महाराज जी नूं, भी सिखां ने मैनूं रब जरूर मनना है, पर यह क्यों किया कि मैं परमात्मा नहीं। ਉਹਦਾ मतलब सी भी सिख किते मेरी मूर्ति ला के ਉਹਦਾ ध्यान ना लाउण लग पैण, किते मूर्ति पूजा ना शुरू हो जाए, शब्द नूं किते छड्ड ना देण। ये चीज़ां बड़ियां ही जरूरी ने, क्योंकि जदों असीं कहने आ ना मैं शब्द दे नाल सुरत जोड़नी है, उदों एक ध्यान रखना चाहिए भी जिहड़ा जुड़न वाला है वो जुड़न वाले वर्गा होना चाहिए, नहीं तो सारी उम्र जोड़ नहीं पाएगा। जिहदे नाल जुड़ना, दोवें इक्को जिहे होणगे ते तां जोड़ पैना है। जिहड़ा जुड़न वाला है, गुरु साहब ने मूर्ति पूजा नूं खंडन क्यों कीता है, इहदा की कारण है, वो मैं थोड़ा जिहा आप जी नाल साझा कर दे। मूर्ति पूजा नूं तां खंडन कीता भी जिहड़ा बंदा मूर्ति पूज रहा है, जिहड़ा अखां बंद करके किसी देवते की मूर्ति का ध्यान कर रहा है, ਉਹਦਾ ध्यान तो है सूक्ष्म, वो तो अस्थूल कोई नहीं, तो जिहदा ध्यान कर रहा वो पत्थर की बनी हुई चीज़। दोवां दा सारी उम्र जोड़ नहीं बनता, ना वो बंदा संतुष्ट होवेगा, ना वो किते पहुँचेगा। इस करके जे ध्यान लाउणा है तो उस चीज़ का लाउणा चाहिए है जिहड़ी ध्यान वर्गी है, तो ध्यान वर्गी है वो है गुरु का शब्द, गुरु की बाणी। ਉਹਦੇ ਵਿੱਚ ही ध्यान लग सकता, किसी मूर्ति ਵਿੱਚ नहीं लग सकता, किसी शरीर ਵਿੱਚ नहीं लग सकता, किसी होर चीज़ ਵਿੱਚ नहीं लग सकता। तो भाई गुरदास जी इत्थे सानू क्लीयर करते हैं अविगत
ਉਹ ਪਰਮਾਤਮਾ ਅਵਿਅਕਤ ਗੁਰੂ ਹੈ। ਸਿੱਖ ਨੇ ਕਿਸੇ ਸਰੀਰ ਦਾ ਧਿਆਨ ਨਹੀਂ ਕਰਨਾ, ਉਸ ਸ਼ਬਦ ਦਾ ਹੀ ਧਿਆਨ ਕਰਨਾ ਜਿਹਨੂੰ ਉਹ ਜਪ ਰਿਹਾ ਹੈ। ਅਲੱਖ, ਅਲੱਖ ਦਾ ਮਤਲਬ ਜਿਹਨੂੰ ਵੇਖਿਆ ਨਾ ਜਾ ਸਕੇ, ਸਿਰਫ ਮਹਿਸੂਸ ਕੀਤਾ ਜਾ ਸਕੇ। ਅਭੇਵ, ਜਿਹਦਾ ਕਿਸੇ ਨੇ ਭੇਦ ਨਹੀਂ ਜਾਣਿਆ, ਜਿਹਦਾ ਕਿਸੇ ਨੇ ਅੰਤ ਨਹੀਂ ਲੱਭਿਆ। ਅਗੰਮ, ਜਿਹਦੇ ਤੱਕ ਅੱਜ ਤੱਕ ਕੋਈ ਆਪ ਨਹੀਂ ਪਹੁੰਚਿਆ, ਉਹ ਤਰਸ ਕਰਕੇ ਆਪ ਆਪਣੇ ਸੇਵਕ ਕੋਲ ਆਉਂਦਾ ਹੈ। ਇਹ ਉਹਦਾ ਗੁਣ ਹੈ। ਕਦੀ ਵੀ ਕੋਈ ਆਪਣੀ ਘਾਲਣਾ ਦੁਆਰਾ, ਆਪਣੀ ਸਾਧਨਾ ਦੁਆਰਾ ਉਹਦੇ ਘਰ ਤੱਕ ਨਹੀਂ ਗਿਆ। ਜਦੋਂ ਉਹ ਆਪਣੇ ਹੀ ਤਲ ਤੇ ਬੈਠ ਕੇ ਗੁਰੂ ਦੇ ਹੁਕਮ ਨੂੰ ਕਮਾਉਂਦਾ ਹੈ, ਸਿੱਖੀ ਨੂੰ ਕਮਾਉਂਦਾ ਹੈ, ਤੇ ਜਦੋਂ ਉਹਦੇ ਅੰਦਰ ਪ੍ਰੇਮ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ, ਤੇ ਪਰਮਾਤਮਾ ਆਪਣਾ ਅਣਦਿਸਦਾ ਤਖਤ ਛੱਡ ਕੇ ਉਹਦੇ ਕੋਲ ਆ ਕੇ ਬੈਠ ਜਾਂਦਾ ਹੈ। ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ। ਇਸ ਲਈ ਉਹਨੂੰ ਆਵਾਜ਼ਾਂ ਦਿੱਤੀਆਂ ਗਈਆਂ ਨੇ, ਬੇਨਤੀਆਂ ਕੀਤੀਆਂ ਗਈਆਂ ਨੇ ਕਿ ਮੋਹਨ ਘਰ ਆਵੋ ਕਰੋ ਜੋ ਦਰਿਆ। ਕਿਉਂ ਸੱਦਿਆ ਗਿਆ ਉਹਨੂੰ ਘਰ? ਕਿਉਂਕਿ ਉਹਦਾ ਘਰ ਇੰਨਾ ਉੱਚਾ ਹੈ, ਉੱਥੋਂ ਤੱਕ ਜਾਣਾ ਹੀ ਬੜਾ ਮੁਸ਼ਕਲ ਹੈ। ਉਹ ਆਪ ਤਰਸ ਕਰਕੇ ਥੱਲੇ ਉਤਰਦਾ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਏ। ਹੁਣ ਇਹ ਉਹਦੇ ਤੱਕ ਜਾਣਾ ਬੜਾ ਔਖਾ ਸੀ, ਤਾਂ ਹੀ ਸਤਿਗੁਰੂ ਨੇ ਉਹ ਪ੍ਰੇਮ ਦੇ ਸ਼ਬਦ ਉਚਾਰੇ, ਜਿਹਦੇ ਵਿੱਚ ਇਹ ਕਿਹਾ ਹੈ ਕਿ ਆਏ ਨਾ ਸਕਾਂ ਤੁਝ ਕੰਨ ਪਿਆਰੇ, ਭੇਜ ਨਾ ਸਕਾਂ ਕੋਈ, ਤੇਰੇ ਤੱਕ ਪਹੁੰਚਦਾ ਹੀ ਕੋਈ ਨਹੀਂ, ਤੂੰ ਆਪ ਥੱਲੇ ਆ। ਇਹ ਹੁਣ ਜ਼ਿੰਮੇਵਾਰੀ ਤੇਰੀ ਹੈ, ਇਹ ਡਿਊਟੀ ਤੇਰੀ। ਤੂੰ ਥੱਲੇ ਆ ਸਕਣਾ, ਤੂੰ ਸਾਡੇ ਕੋਲ ਆ ਸਕਣਾ, ਅਸੀਂ ਤੇਰੇ ਤੱਕ ਜਾਣ ਵਿੱਚ ਅਸਮਰਥ ਹਾਂ। ਇਸ ਕਰਕੇ ਅਗੰਮ ਸ਼ਬਦ ਦਾ ਅਰਥ ਬਹੁਤ ਪਿਆਰਾ ਹੈ। ਅਗੰਮ ਸ਼ਬਦ ਪਰਮਾਤਮਾ ਦੀ ਜ਼ਿੰਮੇਵਾਰੀ ਵਧਾ ਦਿੰਦਾ ਹੈ, ਭਗਤ ਦੀ ਜ਼ਿੰਮੇਵਾਰੀ ਘਟਾ ਦਿੰਦਾ ਹੈ। ਕਿਉਂਕਿ ਜਦੋਂ ਉਹਦੇ ਤੱਕ ਕੋਈ ਪਹੁੰਚ ਹੀ ਨਾ ਸਕੇ ਤੇ ਉਹਦੀ ਜ਼ਿੰਮੇਵਾਰੀ ਖਤਮ ਹੋ ਗਈ। ਉਹਨੇ ਆਪ ਆਉਣਾ ਹੈ, ਤਰਸ ਕਰਕੇ, ਰਹਿਮਤ ਕਰਕੇ ਜਦੋਂ ਉਤਰਦਾ। ਅਨੰਤ ਗੁਰ, ਜਦੋਂ ਉਹ ਗੁਰੂ ਦਾ ਰੂਪ ਧਾਰਨ ਕਰਦਾ, ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ। ਇਸ ਕਰਕੇ ਤਰਸ ਕੀਤਾ ਅਕਾਲ ਪੁਰਖ ਵਾਹਿਗੁਰੂ ਨੇ। ਉਹਨੇ ਤਨ ਧਾਰਿਆ, ਸਰੀਰ ਧਾਰਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਮਨੁੱਖੀ ਸਰੀਰ ਵਾਂਗ ਜਨਮ ਲਿਆ ਉਹਨਾਂ ਨੇ, ਕਿਉਂਕਿ ਸਾਡੇ ਨਾਲ ਉਹਨਾਂ ਨੇ ਗੱਲ ਕਰਨੀ ਸੀ, ਸਾਡੇ ਨਾਲ ਉਹਨਾਂ ਨੇ ਬੋਲਣਾ ਸੀ। ਇਸ ਕਰਕੇ ਗੁਰਮਤਿ ਦੇ ਵਿੱਚ ਇੱਕ ਬਹੁਤ ਵੱਡਾ ਕਨਸੈਪਟ ਹੈ ਕਿ ਪਰਮਾਤਮਾ ਜਦੋਂ ਤਰਸ ਵਿੱਚ ਆਇਆ, ਉਦੋਂ ਉਹਨੇ ਸਰੀਰ ਧਾਰਿਆ ਗੁਰੂ ਨਾਨਕ ਸਾਹਿਬ ਜੀ ਦਾ, 10 ਪਾਤਸ਼ਾਹਾਂ ਦਾ। ਤੇ 10 ਪਾਤਸ਼ਾਹਾਂ ਨੇ ਤਰਸ ਕਰਕੇ ਆਪਣੇ ਵੱਲੋਂ ਬਾਣੀ ਉਚਾਰ ਕੇ ਸਾਹਮਣੇ ਰੱਖ ਦਿੱਤੀ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੱਤਾ। ਤੇ ਉਹਦੇ ਤੋਂ ਬਾਅਦ ਫਿਰ ਸਰੀਰਾਂ ਦਾ ਕਨਸੈਪਟ ਜਾਰੀ ਰੱਖਿਆ ਕਿ 5 ਪਿਆਰੇ ਤੈਨੂੰ ਨਾਮ ਨਾਲ ਜੋੜਨਗੇ। ਸਰੀਰਾਂ ਦਾ ਕਨਸੈਪਟ ਖਤਮ ਨਹੀਂ ਹੋਇਆ। ਅੱਜ ਸਾਡੇ ਵਿੱਚ ਬਹੁਤ ਸਾਰੇ ਲੋਕ ਨੇ, ਉਹ ਅਗਿਆਨ ਵਿੱਚ ਬੜਾ ਰੌਲਾ ਪਾ ਰਹੇ ਵੀ ਸਿੱਖੀ ਵਿੱਚ ਸਰੀਰ ਹੁੰਦਾ ਹੀ ਨਹੀਂ, ਸਿੱਧਾ ਸ਼ਬਦ ਨਾਲ ਜੋੜੋ। ਇਹਦਾ ਮਤਲਬ ਕੀ ਹੋਇਆ ਵੀ ਜਿਹੜੀ ਸਿੱਖੀ 10 ਪਾਤਸ਼ਾਹਾਂ ਦੇ ਟਾਈਮ ਸੀ, ਹੁਣ ਵਾਲੀ ਸਿੱਖੀ ਉਹਦੇ ਤੋਂ ਵੱਖਰੀ ਕਰ ਦਿੱਤੀ ਆਪਾਂ। ਉਦੋਂ ਤੇ ਸਰੀਰ ਹੈ ਸੀ ਨਾ, 10 ਸਰੀਰ ਹੋਏ ਨਾ ਮਹਾਰਾਜ ਦੇ। ਫਿਰ ਉਹਨਾਂ ਸਿੱਖਾਂ ਨੂੰ ਤੇ ਸੌਖਾ ਹੋ ਗਿਆ, ਕਿਉਂਕਿ ਸਰੀਰ ਸਾਹਮਣੇ ਬੈਠਾ ਸੀ। ਗੁਰੂ ਨਾਨਕ ਸਾਹਿਬ ਸਾਹਮਣੇ ਬੈਠੇ ਨੇ, ਗੁਰੂ ਅਰਜਨ ਦੇਵ ਜੀ ਸਾਹਮਣੇ ਬੈਠੇ, ਗੁਰੂ ਕਲਗੀਧਰ ਪਾਤਸ਼ਾਹ ਸਾਹਮਣੇ ਨੇ, ਤੇ ਉਹਦੇ ਨਾਲ ਗੱਲ ਕਰ ਸਕਦੇ, ਉਹਨਾਂ ਦੇ ਨਾਲ ਸਾਰੇ ਸਵਾਲ ਜਵਾਬ ਹੋ ਸਕਦੇ ਸੀ। ਤੇ ਹੁਣ ਕਹਿੰਦੇ ਸਰੀਰ ਦਾ ਵਿਸ਼ਾ ਹੀ ਕੋਈ ਨਹੀਂ ਰਹਿ ਗਿਆ। ਇਹਦਾ ਮਤਲਬ ਉਹ ਸਿੱਖੀ ਹੋਰ ਸੀ ਤੇ ਹੁਣ ਵਾਲੀ ਸਿੱਖੀ ਹੋਰ ਹੋ ਗਈ। ਨਹੀਂ, ਗੁਰੂ ਸਾਹਿਬ ਨੇ ਦੇਹ ਦਾ ਜਿਹੜਾ ਸਰੀਰ ਦਾ ਸੰਕਲਪ ਸੀ ਉਹ ਖਤਮ ਨਹੀਂ ਕੀਤਾ, ਬਦਲ ਜ਼ਰੂਰ ਦਿੱਤਾ। ਮਹਾਰਾਜ ਨੇ ਕਿਹਾ ਵੀ ਅੱਜ ਤੋਂ ਬਾਅਦ ਮੇਰਾ ਸਰੂਪ ਪੰਜਾਂ ਦੇ ਵਿੱਚ ਹੈ, ਇਹਨਾਂ ਤੋਂ ਨਾਮ ਦੀ ਦਾਤ ਲਓਗੇ। ਫਿਰ ਜਿਹੜਾ ਨਾਮ ਦੀ ਕਮਾਈ ਕਰਕੇ ਸ਼ਬਦ ਦਾ ਰੂਪ ਹੋ ਜਾਏਗਾ, ਉਹ ਸਿੱਖ ਵੀ ਮੇਰੇ ਵਰਗਾ ਹੀ ਹੋਵੇਗਾ। ਉਹ ਮੇਰਾ ਕੰਮ ਕਰੇਗਾ, ਜਿਹੜਾ ਕੰਮ ਮੈਂ 10 ਸਰੀਰਾਂ ਦੇ ਵਿੱਚ ਕਰਦਾ ਰਿਹਾ, ਜਿਹੜੀ ਡਿਊਟੀ ਮੈਂ ਰੱਬ ਦੀ ਕੀਤੀ, ਉਹ ਮੇਰੀ ਡਿਊਟੀ ਕਰੇਗਾ। ਇਸ ਕਰਕੇ ਇਹ ਉਹਦਾ ਸਰੂਪ ਹੈ।
ਅਕਾਲ ਪੁਰਖ ਦਾ ਸਤਿਗੁਰ ਨਾਨਕ ਦੇਵ ਪਾਰ ਬ੍ਰਹਮ ਪੂਰਨ ਬ੍ਰਹਮ। ਉਹ ਅਕਾਲ ਪੁਰਖ ਪੂਰਨ ਬ੍ਰਹਮ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੇ ਵਿੱਚ ਪ੍ਰਗਟ ਹੋਏ। ਇਹਨਾਂ ਚਾਰੇ ਹੀ ਦੋਹਰਿਆਂ ਦਾ ਮੈਂ ਜਿਹੜਾ ਸੰਖੇਪ ਹੈ ਆਪ ਜੀ ਨਾਲ ਸਾਂਝਾ ਕਰਦਿਆਂ, ਸਿਰਫ ਇੰਨਾ ਸੰਖੇਪ ਹੈ। ਇਹ ਵਿਸ਼ਾ ਤਾਂ ਲਿਆ ਸੀ ਤਾਂ ਕਿ ਇਹ ਸਿਮਰਨ ਸਮਾਗਮ ਹੈ, ਅਤੇ ਸਿਮਰਨ ਸਮਾਗਮ ਦੇ ਵਿੱਚ ਸਿਮਰਨ ਸੰਬੰਧੀ ਕੁਝ ਉਹ ਚੀਜ਼ਾਂ ਆਪਾਂ ਬੈਠ ਕੇ ਵਿਚਾਰ ਸਕੀਏ ਜਿਹੜਾ ਸਿੱਖੀ ਦਾ ਮੂਲ ਰੂਪ ਹੈ ਸਿਮਰਨ ਦਾ, ਜਿਹਦੇ ਵਿੱਚ ਕੁਝ ਬਾਹਰੋਂ ਨਹੀਂ ਰਲਾਇਆ ਗਿਆ। ਹੁਣ ਸਿਮਰਨ ਦੇ ਬੜੇ ਰੂਪ ਹੋ ਚੁੱਕੇ ਨੇ, ਕਈ ਰੂਪ ਹੋ ਚੁੱਕੇ ਨੇ, ਬਹੁਤ ਸਾਰੇ ਹਿੱਸਿਆਂ ਦੇ ਵਿੱਚ ਯੋਗ ਮਤ ਦੀ ਪਰਮਾਰ ਹੋ ਚੁੱਕੀ ਹੈ। ਇਹ ਸਰੀਰ ਦੇ ਵਿੱਚੋਂ ਦੂਜਾ ਸਰੀਰ ਕੱਢਣਾ, ਬੜੇ ਸਿੰਘ ਮਿਲਦੇ ਨੇ ਵਿਚਾਰੇ, ਉਹ ਭਰਮ ਜਾਂਦੇ ਨੇ ਸੁਣ ਕੇ ਗੱਲਾਂ ਵੀ ਸੂਖਮ ਸਰੀਰ ਬਾਹਰ ਕੱਢੋ, 10-10 ਘੰਟੇ ਚੌਂਕੜਾ ਲਾ ਕੇ ਬੈਠੇ ਰਹੋ, ਕਹਿੰਦੇ ਪਤਾ ਨਹੀਂ ਲੱਗਦਾ। ਪਰ ਇਹ ਕਿਤੇ ਨਾ ਕਿਤੇ ਬੁੱਧ ਮਤ ਦੇ ਵਿੱਚੋਂ ਬਾਹਰ ਆਈ ਚੀਜ਼ ਸਾਡੇ ਵਿੱਚ ਵੜ ਗਈ। ਗੁਰਮਤ ਦਾ ਮਾਰਗ ਸਿੱਧਾ ਗੁਰੂ ਗ੍ਰੰਥ ਸਾਹਿਬ ਨਾਲ ਸਾਧ ਸੰਗਤ ਦੁਆਰਾ ਗੁਰਮੁਖਾਂ ਦੀ ਸੰਗਤ ਕਰਕੇ ਜੁੜਨਾ ਸਿੱਧਾ ਸਾਦਾ ਅਭਿਆਸ ਹੈ, ਨਾ ਕਿ ਵਿਧੀਆਂ ਸ਼ਿਧੀਆਂ ਤੇ ਯੋਗ ਮਤ ਦੇ ਚੱਕਰਾਂ ਵਿੱਚ ਸੰਗਤ ਨੂੰ ਪਾ ਕੇ ਤੁਰੀ ਫਿਰਨਾ। ਉਹ ਇੱਕ ਵੱਖਰਾ ਰਸਤਾ ਹੈ। ਹਾਂ, ਹਾਥੀ ਦੇ ਪੈਰ ਵਿੱਚ ਸਾਰੇ ਪੈਰ ਆ ਜਾਂਦੇ ਨੇ। ਜਿਹੜਾ ਸਹਿਜ ਯੋਗ ਹੈ, ਜਿਹੜਾ ਗੁਰਮਤ ਦਾ ਯੋਗ ਹੈ, ਗੁਰਮਤ ਦਾ ਸਿਮਰਨ ਅਭਿਆਸ ਹੈ, ਉਹ ਸਿਰਫ ਸ਼ਬਦ ਤੇ ਸੁਰਤ ਦਾ ਅਭਿਆਸ ਹੈ। ਸ਼ਬਦ ਸੁਰਤ ਦੇ ਅਭਿਆਸ ਦਾ ਮਤਲਬ ਸ਼ਬਦ ਨੂੰ ਬੋਲਣਾ ਤੇ ਸੁਰਤੀ ਨਾਲ ਉਹਨੂੰ ਸੁਣਨਾ। ਉਹਦੇ ਵਿੱਚ ਸਾਰੀਆਂ ਚੀਜ਼ਾਂ ਯੋਗ ਮਤ ਸਹਿਜ ਯੋਗ ਜਿੰਨੇ ਅੱਜ ਤੱਕ ਦੀਆਂ ਸਾਧਨਾਵਾਂ ਹੋਈਆਂ ਨੇ ਉਹਨਾਂ ਦੇ ਸਾਰੇ ਐਕਸਪੀਰੀਅੰਸ ਉਹਦੇ ਵਿੱਚ ਆਪਣੇ ਆਪ ਆ ਜਾਂਦੇ। ਪਰ ਉਹਦੀ ਲੋੜ ਨਹੀਂ ਰਹਿੰਦੀ ਸਿੱਖ ਨੂੰ, ਕਿਉਂਕਿ ਉਹ ਸਿੱਧਾ ਸਾਦਾ ਇੱਕ ਐਸੀ ਦਾਤ ਗੁਰੂ ਸਾਹਿਬ ਨੇ ਦਿੱਤੀ ਜਿਹੜਾ ਇੱਕ ਆਮ ਮਨੁੱਖ, ਇੱਕ ਵਾਹੀ ਕਰਨ ਵਾਲਾ, ਇੱਕ ਮੱਝਾਂ ਚੋਣ ਵਾਲਾ, ਰਿਕਸ਼ਾ ਚਲਾਉਣ ਵਾਲਾ ਆਦਮੀ ਇਸ ਰਾਹ 'ਤੇ ਤੁਰ ਸਕੇ। ਪਰ ਭਾਈ ਗੁਰਦਾਸ ਜੀ ਨੇ ਇਹਨਾਂ ਚਾਰ ਦੋਹਰਿਆਂ ਦੇ ਵਿੱਚ ਕੁਝ ਸ਼ੰਕੇ ਜਿਹੜੇ ਨੇ ਉਹ ਜ਼ਰੂਰ ਕੱਢੇ ਨੇ ਕਿ ਸਿੱਖ ਦਾ ਗੁਰੂ, ਸਿੱਖ ਦਾ ਪਰਮਾਤਮਾ ਕੋਈ ਮੂਰਤੀ ਨਹੀਂ, ਉਹਦੇ ਅੰਦਰ ਹੀ ਬੈਠਾ, ਉਹਦਾ ਐਡਰੈਸ ਵੀ ਦੇ ਦਿੱਤਾ ਹੈ। ਆਪਣੇ ਆਪ ਦਾ ਧਿਆਨ ਕਰਨਾ, ਆਪਣੀ ਆਵਾਜ਼ ਨੂੰ ਆਪ ਸੁਣਨਾ, ਉਹਦੇ ਵਿੱਚ ਲੀਨ ਹੋਣਾ। ਆਓ ਕੁਝ ਮਿੰਟਾਂ ਵਾਸਤੇ ਸਮਾਪਤੀ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਵਾਹਿਗੁਰੂ 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 ਵਾਹਿਗੁਰੂ
ਹੈ